ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ। ਏਕੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ। ਏਕੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਮਾਤ ਪਿਤਾ ਸੁਖ ਹੁਤੇ ਅਗਾਰੀ। ਪੁੱਤਰ ਭਇਓ ਪ੍ਰੇਮੀ ਤਬ ਭਾਰੀ। ਲਖ ਹੈ ਗੁਰੂ ਪਰਮੇਸ਼ਰ ਰੂਪ। ਸਦਾ ਅਰਾਧ ਹੈ ਹਿਰਦੈ ਅਨੂਪ। ਮਾਤ ਪਿਤਾ ਸਿੱਖ ਹੁਤੇ ਅਗਾਰੀ। ਭਇਓ ਪ੍ਰੇਮੀ ਤਬ ਭਾਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ 'ਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਯਾਮੀ ਸੁਖ ਨਿਧਾਨ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੇ ਮਿਹਰ ਕਿਰਪਾ ਕੀਤੀ ਹੈ। ਆਪਾਂ ਸਾਰਿਆਂ ਨੂੰ ਆਪਣੀ ਹਜ਼ੂਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਗੁਰੂ ਜੀ ਦੇ ਚਰਨਾਂ ਵਿੱਚ ਇਸ ਗੱਲ ਦਾ ਬੇਅੰਤ ਵਾਰ ਸ਼ੁਕਰ ਹੈ, ਬੇਅੰਤ ਵਾਰ ਸ਼ੁਕਰ ਹੈ। ਕੁਝ ਸਮਾਂ ਲੜੀਵਾਰ ਕਥਾ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਆਪਾਂ ਨੇ ਸਰਵਣ ਕਰਨਾ ਹੈ। ਮਾਤਾ ਪਿਤਾ ਸਿੱਖ ਹੋਣ, ਗੁਰੂ ਦੀ ਬਖਸ਼ਿਸ਼ ਹੋਵੇ ਅਤੇ ਫਿਰ ਉਹਨਾਂ ਦੇ ਘਰ ਵਿੱਚ ਜਿਹੜੀ ਸੰਤਾਨ ਪੈਦਾ ਹੁੰਦੀ ਹੈ ਉਹ ਵੀ ਗੁਰੂ ਸਾਹਿਬ ਕੋਈ ਮਿਹਰ ਵਾਲਾ ਜੀ ਭੇਜਦੇ ਹਨ। ਚੇਤਾ ਰੱਖਿਓ, ਧੀਆਂ ਪੁੱਤਰ ਇਹ ਸਭ ਜੀ ਹਨ। ਇਹਨਾਂ ਜੀਆਂ ਨੂੰ ਗੁਰੂ ਸਾਹਿਬ ਨੇ ਭੇਜਣਾ ਹੈ। ਮਾਤਾ ਪਿਤਾ ਸਾਰੇ ਵਾਹਿਗੁਰੂ ਦੇ ਕੀਤੇ ਹੋਏ ਹਨ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ। ਸਭਨਾ ਕੋ ਸੰਬੰਧ ਹਰ ਕਰ ਦੀਏ। ਤੁਸੀਂ ਸੁਣਿਆ ਕਿਵੇਂ ਭਾਈ ਸਾਧੂ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕੀਤੀ। ਆਇਆ ਅਤੇ ਉਹ ਆਪਣੀ ਪਤਨੀ ਨੂੰ ਲੈਣ ਵਾਸਤੇ ਸੀ। ਆਇਆ ਅਤੇ ਬਹੁਤ ਗੁੱਸੇ ਵਿੱਚ ਸੀ, ਪਰ ਜਦੋਂ ਸਤਿਗੁਰੂ ਜੀ ਦੇ ਉਹਨੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਸਾਰੀ ਤਨ ਮਨ ਠੰਡਾ ਹੋ ਗਿਆ ਜੀ। ਐਨ ਹਿਰਦੇ ਵਿੱਚ ਸ਼ਾਂਤੀ ਵੱਜ ਗਈ। ਮਹਾਰਾਜ ਨੇ ਫਿਰ ਉਹਦੇ ਵੱਲ ਵੇਖਿਆ। ਉਹਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾਓ, ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ। ਕਮਾਲ ਦੀ ਗੱਲ। ਇਹਨੂੰ ਕਹਿੰਦੇ ਕਿਰਪਾ ਜੀ, ਬਖਸ਼ਿਸ਼ ਕਹਿੰਦੇ ਆ। ਘਰ ਵਿੱਚ ਕਿਸੇ ਇੱਕ ਜੀ ਦੀ ਵੀ ਬੰਦਗੀ ਹੋਵੇ ਨਾ ਜੀ, ਇੱਕ ਜੀ ਦੀ ਵੀ ਬੰਦਗੀ ਹੋਵੇ, ਉਹ ਗੁਰੂ ਜੀ ਦੇ ਚਰਨਾਂ 'ਚ ਕਰੇ ਅਰਦਾਸ ਅਤੇ ਸਾਰਾ ਪਰਿਵਾਰ ਹੀ ਗੁਰੂ ਦੇ ਲੇਖੇ ਲੱਗ ਸਕਦਾ ਹੈ ਜੀ। ਸਾਰਾ ਪਰਿਵਾਰ ਗੁਰੂ ਵਾਲਾ ਬਣ ਸਕਦਾ ਹੈ। ਬੜੀਆਂ ਉਦਾਹਰਣਾਂ ਨੇ। ਬੀਬੀ ਨੇ ਕੀਤੀਆਂ ਅਰਦਾਸਾਂ,
ਗੁਰੂ ਸਾਹਿਬ ਨੇ ਉਹਦੇ ਪਤੀ ਨੂੰ ਸਿੱਖ ਵੀ ਬਣਾਇਆ, ਚਰਨ ਪੌਲ ਵੀ ਦਿੱਤੀ ਗਈ। ਉਦੋਂ ਹੀ ਬਚਨ ਕੀਤਾ, ਸਮਾਂ ਆਏਗਾ ਤੁਹਾਡੇ ਘਰ ਵਿੱਚ ਮਹਾਨ ਯੋਧਾ ਸਾਡਾ ਭਗਤ ਪੁੱਤਰ ਪੈਦਾ ਹੋਏਗਾ। ਇਸ ਤਰ੍ਹਾਂ ਦੇ ਬਚਨ ਜਿੱਥੇ ਜਿੱਥੇ ਮਹਾਰਾਜ ਨੇ ਕੀਤੇ, ਉਹ ਬਚਨ ਸੰਗਤ ਦੀ ਫਲੀਭੂਤ ਹੋਏ ਜੀ। ਗੱਗੋ ਬੂਹਾ ਪਿੰਡ, ਇਸ ਪਿੰਡ ਦਾ ਨਾਮ ਤੁਸੀਂ ਬੜੀ ਵਾਰੀ ਸਰਵਣ ਕੀਤਾ। ਗੱਗੋ ਬੂਹੇ ਪਿੰਡ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਜੀ। ਜਦੋਂ ਗੱਗੋ ਬੂਹੇ ਸਤਿਗੁਰੂ ਜੀ ਨੇ ਚਰਨ ਪਾਏ, ਉੱਥੇ ਇੱਕ ਪ੍ਰੇਮਣ ਮਾਈ ਰਹਿੰਦੀ ਸੀਗੀ ਜੀ। ਉਸ ਮਾਤਾ ਨੇ ਗੁਰੂ ਜੀ ਦੀ ਬੜੀ ਸੇਵਾ ਕੀਤੀ, ਟਹਿਲ ਕੀਤੀ। ਮਹਾਰਾਜ ਉਸ ਮਾਤਾ ਨੂੰ ਕਹਿਣ ਲੱਗੇ, ਮਾਤਾ ਕੁਛ ਮੰਗ ਲਾ, ਤੂੰ ਸਾਡੀ ਬੜੀ ਸੇਵਾ ਕੀਤੀ ਹੈ। ਮਾਤਾ ਕਹਿਣ ਲੱਗੀ, ਮਹਾਰਾਜ ਮੈਨੂੰ ਗਰੀਬਣੀ ਨੂੰ ਤੁਹਾਡੇ ਦਰਸ਼ਨ ਹੋ ਗਏ ਆ, ਮੇਰੇ ਲਈ ਇਹੋ ਹੀ ਬਹੁਤ ਹੈ। ਮਹਾਰਾਜ ਕਹਿੰਦੇ, ਨਹੀਂ ਮਾਤਾ ਕੁਝ ਮੰਗ। ਮਾਤਾ ਬੜੀ ਸਿਆਣੀ, ਕਹਿੰਦੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਇਸ ਇਲਾਕੇ ਦੇ ਵਿੱਚ, ਸਾਡੀ ਕੁੱਲ ਦੇ ਵਿੱਚ ਇਹੋ ਜਿਹਾ ਪੁੱਤ ਬਖਸ਼ੋ ਜਿਹੜਾ ਸਾਡੀ ਕੁੱਲ ਤਾਰ ਦੇਵੇ, ਸਾਡੀ ਕੁੱਲ ਤਾਰ ਦੇਵੇ ਜੀ। ਚੰਗੀ ਮੰਗ ਮੰਗੀ ਜੀ ਮਾਤਾ ਨੇ, ਚੰਗੀ ਮੰਗ ਮੰਗੀ। ਮੰਗਣਾ ਵੀ ਵਿਰਲਿਆਂ ਨੂੰ ਆਉਂਦਾ ਤੇ ਸਾਰਿਆਂ ਨੂੰ ਮੰਗਣਾ ਨਹੀਂ ਆਉਂਦਾ ਜੀ। ਕਈਆਂ ਨੇ ਤੇ ਆਪਣਾ ਮੰਗਣਾ ਹੀ ਖਰਾਬ ਕਰ ਲੈਂਦੇ ਜੀ। ਉਹ ਮੌਕਾ ਵੀ ਬਣਿਆ ਹੁੰਦਾ ਜੀ, ਪਰ ਉਹਨਾਂ ਨੂੰ ਮੰਗਣਾ ਨਹੀਂ ਆਉਂਦਾ। ਮਹਾਰਾਜ ਨੂੰ ਕਹਿਣ ਲੱਗੀ, ਸੱਚੇ ਪਾਤਸ਼ਾਹ ਇਹੋ ਜਿਹਾ ਪੁੱਤ ਹੋਵੇ ਸਾਡੀ ਕੁੱਲ 'ਚ ਜਿਹੜਾ ਸਾਡੀ ਕੁੱਲ ਤਾਰ ਦੇਵੇ। ਗੁਰੂ ਹਰਗੋਬਿੰਦ ਸਾਹਿਬ ਗੱਗੋ ਬੂਹੇ ਖਲੋਤੇ ਆ ਘੋੜੇ ਦੇ ਉੱਤੇ। ਉਹ ਮਾਤਾ ਸੱਚੇ ਪਾਤਸ਼ਾਹ ਮਹਾਰਾਜ ਕੋਲੋਂ ਮੰਗਦੀ ਹੈ। ਮਹਾਰਾਜ ਕਹਿੰਦੇ, ਮਾਤਾ ਕੱਲੀ ਤੇਰੀ ਕੁੱਲ ਤਰੀ ਤੇ ਕੀ ਤਰੀ, ਕਹਿੰਦੀ। ਹਾਂਜੀ, ਹੁਣ ਉਹ ਸਿੱਧਾ ਵੀ ਕਹਿ ਸਕਦੀ ਸੀ ਵੀ ਮੇਰੀਆਂ ਕੁੱਲਾਂ ਤਾਰ ਦਿਓ, ਪਰ ਉਹਨੇ ਪੁੱਤ ਦੀ ਮੰਗ ਕੀਤੀ ਜੀ, ਵੀ ਸਾਡੀ ਕੁੱਲ 'ਚ ਇਹੋ ਜਿਹਾ ਬਾਲਕ ਪੈਦਾ ਹੋਵੇ ਜਿਹੜਾ ਸਾਡੀ ਕੁੱਲ ਤਾਰੇ। ਮਹਾਰਾਜ ਕਹਿੰਦੇ, ਤੁਹਾਡੀ ਕੁੱਲ 'ਚ ਇਹੋ ਜਿਹਾ ਬਾਲਕ ਪੈਦਾ ਹੋਵੇਗਾ ਜਿਹੜਾ ਹਜ਼ਾਰਾਂ ਕੁੱਲਾਂ ਨੂੰ ਤਾਰੇਗਾ। ਕਹਿੰਦੇ ਇੱਕ ਦੀ ਤੇ ਗੱਲ ਹੀ ਛੱਡ ਦਿਓ। ਸਮਾਂ ਪਿਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਰੀਰ ਤਿਆਗਣ ਦਾ ਤੋਂ 60 ਸਾਲ ਬਾਅਦ ਉਸੇ ਕੁੱਲ ਪਰਿਵਾਰ ਦੇ ਵਿੱਚ ਸਰਦਾਰ ਸੇਵਾ ਸਿੰਘ ਤੇ ਮਾਤਾ ਧਰਮ ਕੌਰ ਦੀ ਕੁੱਖੋਂ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦਾ ਜਨਮ ਹੋਇਆ ਜੀ। ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਬੜੇ ਵੱਡੇ ਸਿੱਧ ਪੁਰਸ਼, ਬੜੀ ਨਿਮਰਤਾ ਦੇ ਪੁੰਜ, ਬਹੁਤੇ ਹੀ ਮਹਾਨ ਸੂਰਬੀਰ ਯੋਧੇ ਹੋਏ ਹੈ। ਔਰ ਉਹ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦਾ ਅੱਜ ਸ਼ਹੀਦੀ ਦਿਨ ਵੀ ਹੈਗਾ ਜੀ। ਕੁਦਰਤੀ ਉਹ ਬਾਲਕ ਦਾ ਜ਼ਿਕਰ ਆ ਗਿਆ ਵੀ ਮਹਾਰਾਜ ਨੇ ਕਿਹਾ ਵੀ ਤੁਹਾਡੀ ਕੁੱਲ 'ਚ, ਤੁਹਾਡੇ ਘਰ ਵਿੱਚ ਸਿੱਖ ਪੈਦਾ ਹੋਏਗਾ ਸਾਡਾ। ਉਸ ਮਾਤਾ ਨੂੰ ਗੁਰੂ ਜੀ ਨੇ ਕਿਹਾ ਵੀ ਤੁਹਾਡੇ ਕੁੱਲ ਪਰਿਵਾਰ ਵਿੱਚ ਇਹੋ ਜਿਹਾ ਬੱਚਾ ਪੈਦਾ ਹੋਏਗਾ, ਬਾਲਕ ਪੈਦਾ ਹੋਏਗਾ, ਹਜ਼ਾਰਾਂ ਕੁੱਲਾਂ ਨੂੰ ਤਾਰੇਗਾ ਜੀ। ਉਹ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਖਾਂ ਦਾ ਬੜਾ ਵੱਡਾ ਪ੍ਰਤਾਪ ਜੀ, ਬਹੁਤਾ ਵੱਡਾ ਪ੍ਰਤਾਪ। 4 ਸਾਲ ਦੀ ਉਮਰ ਹੋਈ, ਭਜਨ ਹੀ ਕਰਦੇ ਸੀਗੇ। ਮਾਂ ਨੇ ਥੋੜ੍ਹਾ ਜਿਹਾ ਰੁੱਖਾਪਨ ਧਾਰਨ ਕੀਤਾ ਵੀ ਤੂੰ ਇਹ ਕੰਮ ਨਾ ਕਰਿਆ ਕਰ। ਉਹ ਘਰੋਂ ਛੁੱਟ ਕੇ ਤੇ ਇੱਕ ਨਿਹੰਗ ਸਿੰਘ ਮਹਾਂਪੁਰਖਾਂ ਕੋਲ ਚਲੇ ਗਏ ਜੀ। ਉਹਨਾਂ ਮਹਾਂਪੁਰਖਾਂ ਨੂੰ ਕਹਿੰਦੇ ਮੈਨੂੰ ਆਪਣੇ ਕੋਲ ਰੱਖੋ। ਉਹਨਾਂ ਨੇ ਬਾਬਾ ਵੀਰ ਸਿੰਘ ਜੀ ਦਾ ਮੱਥਾ ਵੇਖਿਆ ਵੀ ਇਹ ਬੱਚਾ ਤੇ ਬੜੀ ਕਮਾਈ ਵਾਲਾ, ਇਹਦੀ ਤੇ ਕਮਾਈ ਬਹੁਤ ਜ਼ਿਆਦਾ ਹੈ। ਉਹ ਕਹਿਣ ਲੱਗੇ ਵੀ ਗੱਲ ਸੁਣ, ਤੂੰ ਇੱਥੇ ਰਹੇਂਗਾ, ਸਾਡੇ ਕੋਲ ਹੋਰ ਵੀ ਛੋਟੇ ਛੋਟੇ ਕਈ ਬੱਚੇ ਰਹਿੰਦੇ ਆ, ਉਹ ਬੱਚੇ ਤੈਨੂੰ ਬੁਰਾ ਬੋਲਣਗੇ,
ਬੱਚਿਆਂ ਦਾ ਸੁਭਾਅ ਇੱਕ ਦੂਜੇ ਨਾਲ ਲੜ ਵੀ ਪੈਂਦੇ ਆ, ਇੱਕ ਦੂਜਿਆਂ ਨਾਲ ਖੁਸ਼ ਵੀ ਹੋ ਪੈਂਦੇ ਆ ਜੀ। ਬੱਚਿਆਂ ਦਾ ਸੁਭਾਅ ਹੈ। ਕੋਈ ਬੱਚਾ ਜਿਹੜਾ ਵੀ ਤੈਨੂੰ ਮਾੜਾ ਬੋਲੇਗਾ ਉਹਦੇ ਮਾੜੇ ਕਰਮ ਬਣ ਜਾਣੇ ਆ, ਕਿਉਂਕਿ ਤੇਰੀ ਭਗਤੀ ਬੜੀ ਹੈ। ਤੇ ਤੂੰ ਘਰ ਜਾ। ਉਹ ਕਹਿੰਦੇ ਜੀ ਮੇਰੀ ਮਾਂ ਮੈਨੂੰ ਬੜਾ ਗੁੱਸੇ ਹੁੰਦੀ ਹੈ। ਕਹਿੰਦੇ ਬੇਰ ਸਿੰਘ ਤੂੰ ਵੇਖੀ, ਤੂੰ ਇੱਕ ਮਾਂ ਦੀ ਗੱਲ ਕਰਦਾ ਹੈ, ਜਦੋਂ ਤੂੰ ਤੁਰਿਆ ਕਰਨਾ ਹਜ਼ਾਰਾਂ ਮਾਵਾਂ ਨੇ ਤੇਰਾ ਰਾਹ ਵੇਖਿਆ ਕਰਨਾ। ਕਹਿੰਦੇ ਬਾਬਾ ਬੇਰ ਸਿੰਘ ਜੀ ਫੌਜ 'ਚ ਵੀ ਰਹੇ ਜੀ ਉਦੋਂ ਜੀ। ਥੋੜ੍ਹਾ ਜਿਹਾ ਮੈਂ ਉਹਨਾਂ ਦਾ ਜੀਵਨ ਬੇਨਤੀ ਕਰਦੇ ਹਾਂ। ਜਿੱਥੇ ਗੁਰੂ ਸਾਹਿਬਾਂ ਦੀ ਕਥਾ ਸੁਣਨੀ ਹੈ, ਉੱਥੇ ਇਹੋ ਜਿਹੇ ਗੁਰਸਿੱਖਾਂ ਦੀ ਕਥਾ ਸੁਣਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬੜੀ ਕਮਾਈ ਕੀਤੀ ਬਾਬਾ ਜੀ ਨੇ, ਨਾਮ ਵੀ ਬੜਾ ਜਪਿਆ, ਅਤੇ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਗੁਰਮੁਖ ਦੀ, ਰੱਬ ਦੇ ਪਿਆਰੇ ਦੀ ਸੰਗਤ ਚਾਹੀਦੀ ਹੈ ਜੀ। ਜੇ ਕਿਸੇ ਗੁਰਮੁਖ ਦੀ, ਰੱਬ ਦੇ ਪਿਆਰੇ ਦੀ ਸੰਗਤ ਨਹੀਂ ਨਾ ਹੈਗੀ ਜੀ, ਤੇ ਮਾਫ ਕਰਿਓ, ਜੀਵਨ ਸਹੀ ਰਸਤੇ ਨਹੀਂ ਆਉਂਦਾ ਜੀ। ਬੰਦਾ ਨਿਤਨੇਮ ਵੀ ਕਰਦਾ ਹੈ, ਬਾਣੀ ਵੀ ਪੜ੍ਹਦਾ, ਤਾਂ ਵੀ ਕਿਸੇ ਗੁਰਮੁਖ ਦੀ ਸੰਗਤ ਦੀ ਲੋੜ ਹੈਗੀ ਹੈ ਜੀ। ਮੈਂ ਵੇਖਿਆ ਜੀ, ਜਿਨ੍ਹਾਂ ਨੇ ਕਿਸੇ ਗੁਰਮੁਖ ਦੀ ਸੰਗਤ ਨਹੀਂ ਕੀਤੀ, ਬਾਣੀ ਵੀ ਪੜ੍ਹਦੇ ਆ, ਕਿਉਂਕਿ ਅਜੇ ਸਾਡੇ 'ਚੋਂ ਜੋਤ ਮੱਧਮ ਪਈ ਹੈ ਨਾ, ਜਿਹੜੀ ਪਰਮੇਸ਼ਰ ਦੀ ਜੋਤ ਉਹ ਮੱਧਮ ਪਈ ਹੈ। ਉਹਨੂੰ ਪੂਰਾ ਜਗਾਉਣ ਵਾਸਤੇ ਉਹਦੀ ਸੰਗਤ ਕਰਨੀ ਪੈਣੀ, ਜਿਹਦੇ ਅੰਦਰ ਜੋਤ ਪੂਰੀ ਜਗ ਰਹੀ ਹੈ ਜੀ, ਪ੍ਰਗਟ ਹੈ ਜਿਹਦੇ 'ਚ ਜੋਤ। ਤੇ ਕਈ ਵਾਰੀ ਫਿਰ ਥੋੜ੍ਹਾ ਹੀ ਸੇਵਾ ਸਿਮਰਨ ਕਰਨ ਵਾਲੇ ਉਹ ਆਕੜ ਵਾਲੇ ਹੁੰਦੇ ਆ ਜੀ। ਪੂਰੀ ਨਿਮਰਤਾ ਕਿੰਨਾ ਵਿੱਚ ਆਉਂਦੀ ਹੈ, ਜਿਹੜੇ ਕਿਸੇ ਭਿੱਜੀ ਹੋਈ ਗੁਰਮੁਖ ਰੂਹ ਦੀ ਸੰਗਤ ਕਰਦੇ ਆ। ਮਹਾਰਾਜ ਬਾਣੀ 'ਚ ਕਹਿੰਦੇ ਆ, ਜਿਉਂ-ਜਿਉਂ ਉਹ ਵਧਾਈਆ ਤਿਉਂ-ਤਿਉਂ ਹਰਸਿਓ ਰੰਗ, ਰੰਗ ਲਾਗਤ 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 ਹੈ। ਆਤਮਾ ਨੂੰ ਸਹਿਜੇ ਸਹਿਜੇ ਰੰਗ ਲੱਗਦਾ ਲੱਗਦਾ ਲੱਗ ਜਾਂਦਾ। ਬਾਬਾ ਵੀਰ ਸਿੰਘ ਜੀ ਨੂੰ ਫਿਰ ਸੰਗਤ ਹੋਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਸ਼ ਬੰਸ, ਬਾਬਾ ਸਾਹਿਬ ਸਿੰਘ ਜੀ ਬੇਦੀ ਜੀ ਦੀ ਜੀ, ਊਨਾ ਸਾਹਿਬ ਵਾਲੇ ਬਹੁਤ ਵੱਡੇ ਤੇਜ ਪ੍ਰਤਾਪ ਵਾਲੇ ਮਹਾਂਪੁਰਖ ਹੋਏ ਜੀ। ਬਾਬਾ ਸਾਹਿਬ ਸਿੰਘ ਜੀ ਊਨਾ ਸਾਹਿਬ ਵਾਲੇ, ਬਹੁਤ ਸਾਰੀਆਂ ਸੰਗਤਾਂ ਨੇ ਉਹਨਾਂ ਦਾ ਨਾਮ ਘੱਟ ਸੁਣਿਆ ਜੀ। ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਭਾਗ ਦਿਵਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਜਿਹੜਾ ਹੈ ਉਹ ਬਾਬਾ ਜੀ ਬਾਬਾ ਸਾਹਿਬ ਸਿੰਘ ਜੀ ਬੇਦੀ ਜੀ ਦਾ ਹੈ ਜੀ। ਕਿਵੇਂ ਮਿਸਲਾਂ ਵਾਲਿਆਂ ਤੋਂ ਬਚਾ ਕੇ ਰੱਖਿਆ, ਕਿਤੇ ਜੀਵਨ ਪੜ੍ਹ ਕੇ ਵੇਖੋ। ਬਾਬਾ ਵੀਰ ਸਿੰਘ ਜੀ ਨੂੰ ਵੀ ਫਿਰ ਬਾਬਾ ਸਾਹਿਬ ਸਿੰਘ ਜੀ ਦੀ ਸੰਗਤ ਪੈਦਾ ਹੋਈ, ਮਿਲੀ ਜੀ। ਸੰਗਤ ਕਰਦਿਆਂ ਕਰਦਿਆਂ ਅੰਦਰ ਮੁਸ਼ਕ ਪਿਆ, ਅੰਦਰ ਪਰਮੇਸ਼ਰ ਦੇ ਨਾਮ ਦੀ ਰੌਂ ਵਧੀ ਜੀ। ਤੇ ਫਿਰ ਜਨਮ ਤੇ ਬਾਬਾ ਜੀ ਦਾ ਗੱਗੋ ਬੂਏ ਦਾ ਹੈ, ਪਰ ਫਿਰ ਨਰੰਗਾਬਾਦੀਏ ਉਹ ਵਜੇ ਜੀ, ਨਰੰਗਾਬਾਦ ਵਾਲੇ। ਕਿਉਂ? ਨਰੰਗਾਬਾਦ ਉਹਨਾਂ ਨੂੰ ਗੁਰਮੁਖ ਪ੍ਰੇਮੀ ਬਾਬਾ ਸਾਹਿਬ ਸਿੰਘ ਜੀ ਦੇ ਬਚਨ ਦੇ ਨਾਲ ਲੈ ਆਏ ਸੀਗੇ ਜੀ। ਨਰੰਗਾਬਾਦ ਇੱਥੋਂ ਲੱਗੇ ਹੀ ਆਪਣੇ ਤਰਨ ਤਾਰਨ ਜ਼ਿਲ੍ਹੇ 'ਚ ਹੈ ਜੀ। ਬਹੁਤ ਵੱਡਾ ਤੇਜ ਪ੍ਰਤਾਪ ਬਾਬਾ ਵੀਰ ਸਿੰਘ ਜੀ ਦਾ, ਬਹੁਤ ਵੱਡੀ ਫੌਜ ਵੀ ਬਾਬਾ ਜੀ ਨੇ ਆਪਣੇ ਕੋਲ ਰੱਖੀ ਜੀ। ਮਹਾਰਾਜੇ ਰਣਜੀਤ ਸਿੰਘ ਨੂੰ ਪਤਾ ਲੱਗਾ ਬਾਬਾ ਵੀਰ ਸਿੰਘ ਜੀ ਦਾ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਮੈਂ ਉਹਨਾਂ ਦੇ ਦਰਸ਼ਨ ਕਰਨੇ ਆ। ਨਰੰਗਾਬਾਦ ਆਉਣ ਲੱਗਾ, ਪਹਿਲਾਂ ਉਹਨੇ ਆਪਣੇ ਸਿਪਾਹੀ ਭੇਜੇ ਜੀ, ਕਿਉਂ ਪੰਜਾਬ ਦਾ ਮਹਾਰਾਜਾ ਸੀਗਾ ਜੀ। ਸਿਪਾਹੀ ਭੇਜੇ ਵੀ ਬਾਬਾ ਵੀਰ ਸਿੰਘ ਜੀ ਨੂੰ ਆਖੋ ਵੀ ਮੈਂ ਆ ਰਿਹਾ। ਸਿਪਾਹੀਆਂ ਨੂੰ ਬਾਬਾ ਵੀਰ ਸਿੰਘ ਕਹਿੰਦੇ ਵੀ ਉਹਨੂੰ ਕੋ 2 ਸ਼ਰਤਾਂ ਨੇ, ਜੇ ਤੇ 2 ਸ਼ਰਤਾਂ ਮਨਜ਼ੂਰ ਹੈ ਤੇ ਰਣਜੀਤ ਸਿੰਘ ਨੂੰ ਆਖੋ ਆ ਜੇ। ਕਹਿੰਦੇ ਜੀ 2 ਸ਼ਰਤਾਂ ਕਿਹੜੀਆਂ? ਬਾਬਾ ਜੀ ਨੇ ਨਿਮਰਤਾ 'ਚ ਹੀ ਆਖਿਆ, ਕਹਿੰਦੇ ਇੱਕ ਤੇ ਉਹਨੂੰ ਆਖੋ ਕਿ ਇੱਥੇ ਪ੍ਰਸ਼ਾਦਾ ਪੰਗਤ 'ਚ ਬਹਿ ਕੇ ਛਕਣਾ, ਮਹਾਰਾਜਿਆਂ ਵਾਲਾ ਸਤਿਕਾਰ ਨਹੀਂ ਅਸੀਂ ਦੇਣਾ, ਜਿੰਨੇ ਦਿਨ ਰਹਿਣਾ ਸਾਡੇ ਕੋਲ। ਤੇ ਦੂਸਰਾ, ਸਰਕਾਰੀ 1 ਪੈਸਾ ਵੀ ਸਾਨੂੰ ਨਹੀਂ ਚੜਾਉਣਾ, 1 ਵੀ ਪੈਸਾ ਸਾਨੂੰ ਨਹੀਂ ਚੜਾਉਣਾ। ਜੇ ਇਹ ਗੱਲਾਂ ਮਨਜ਼ੂਰ ਹੈ
ਤੇ ਮਹਾਰਾਜੇ ਨੂੰ ਕਹੋ ਵੀ ਆ ਜੇ। ਸਿਪਾਹੀਆਂ ਨੇ ਮਹਾਰਾਜੇ ਨੂੰ ਇਹ ਗੱਲ ਦੱਸੀ। ਤੇ ਸੰਗਤ ਜੀ, ਮਹਾਰਾਜੇ ਰਣਜੀਤ ਸਿੰਘ ਨੇ ਬੜੀ ਸ਼ਰਧਾ ਦੇ ਨਾਲ ਇਹ ਦੋਵੇਂ ਗੱਲਾਂ ਮੰਨੀਆਂ ਜੀ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਫਿਰ ਨੰਗੇ ਪੈਰ ਬਾਬਾ ਵੀਰ ਸਿੰਘ ਜੀ ਦੇ ਕੋਲ ਪਹੁੰਚਿਆ। ਬਾਬਾ ਜੀ ਦੀ ਆਪਣੀ ਫੌਜ ਸੀਗੀ ਜੀ ਪੂਰੀ। ਨਾ ਤਾਂ ਸਰਕਾਰੀ 1 ਰੁਪਈਆ ਹੀ ਬਾਬਾ ਜੀ ਨੇ ਲਿਆ, ਤੇ ਨਾ ਉਹਨੂੰ ਕੋਈ ਵੱਖਰਾ ਹੀ ਆਸਣ ਦਿੱਤਾ। ਸੰਗਤ 'ਚ ਬਿਠਾ ਕੇ ਉਹਨੂੰ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀਗੇ ਜੀ। ਤੇ ਮਹਾਰਾਜੇ ਨੇ ਉਹਨਾਂ ਕੋਲੋਂ ਗੁਰਬਾਣੀ ਦੀ ਕਥਾ ਸੁਣਨੀ, ਮਹਾਰਾਜੇ ਨੇ ਉਹਨਾਂ ਦੀ ਸੰਗਤ ਕਰਨੀ। ਕਈ ਦਿਨ ਮਹਾਰਾਜਾ ਰਣਜੀਤ ਸਿੰਘ ਨਰੰਗਾਬਾਦ ਆ ਕੇ ਬਾਬਾ ਵੀਰ ਸਿੰਘ ਜੀ ਦੇ ਕੋਲ ਰਿਹਾ ਜੀ। ਬੜੇ ਬੜੇ ਵਿਦਵਾਨਾਂ ਦੀ ਵੱਖ ਵੱਖ ਰਾਏ ਹੈ। ਬਾਬਾ ਜੀ ਦੇ ਲੰਗਰ ਦੇ ਬਾਰੇ ਵਿਦਵਾਨਾਂ ਨੇ ਦੱਸਿਆ ਜੀ ਵੀ ਲੰਗਰ ਕਿੰਨਾ ਵੱਡਾ ਸੀ। ਬੜੀਆਂ ਵੱਖ ਵੱਖ ਰਾਏ ਹੈ। ਕੁਝ ਵਿਦਵਾਨ ਕਹਿੰਦੇ ਵੀ 1.25 ਮਣ ਲੂਣ ਹਰ ਰੋਜ਼ ਲੰਗਰ 'ਚ ਖਰਚ ਹੁੰਦਾ ਸੀਗਾ ਜੀ। ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੀ ਵੱਡੀ ਇਕੱਤਰਤਾ ਹੁੰਦੀ ਹੋਏਗੀ ਰੋਜ਼ ਦੀ। ਫੌਜ ਨੂੰ ਵੀ ਛਕਾਉਣਾ ਜੀ। ਖੁੱਲ੍ਹਾ ਆਟਾ ਉਸ ਸਮੇਂ ਦਾ, ਦਾਲਾਂ ਭਾਜੀਆਂ, ਇੰਨਾ ਵੱਡਾ ਲੰਗਰ ਰੋਜ਼ ਹੀ ਹੁੰਦਾ ਸੀਗਾ ਜੀ ਬਾਬਾ ਜੀ ਦੇ ਕੋਲ, ਰੋਜ਼ ਹੀ ਜੀ। ਤੇ ਬੜੇ ਉਹਨਾਂ ਦੇ ਜੀਵਨ ਦੇ ਬਚਨ ਨੇ। ਆਪਾਂ ਲੜੀਵਾਰ ਕਥਾ ਵੀ ਕਰਨੀ ਹੈ। ਮੈਂ ਇੱਕ ਬਚਨ ਆਪ ਜੀ ਨਾਲ ਸਾਂਝਾ ਕਰ ਲੈਣਾ। ਮੁਲਤਾਨ ਦਾ ਕਿਲ੍ਹਾ ਨਹੀਂ ਹੀ ਫਤਿਹ ਹੁੰਦਾ ਜੀ। ਮੁਸਲਮਾਨਾਂ ਦਾ ਰਾਜ ਸੀ ਉੱਥੇ। ਮਹਾਰਾਜੇ ਰਣਜੀਤ ਸਿੰਘ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਵੀ ਬਾਬੇ ਵੀਰ ਸਿੰਘ ਜੀ ਨੂੰ ਆਖੋ। ਬਾਬਾ ਵੀਰ ਸਿੰਘ ਜੀ ਨੇ ਧਿਆਨ ਸਾਧਨਾ ਦੇ ਨਾਲ ਵੇਖਿਆ ਵੀ ਉੱਥੇ ਇੱਕ ਮੁਸਲਮਾਨ ਫਕੀਰ ਬੈਠਾ, ਉਹਦਾ ਨਾਮ ਬੁੱਲੇ ਸ਼ਾਹ ਹੈ। ਬੁੱਲੇ ਸ਼ਾਹ ਜਿੱਤਣ ਨਹੀਂ ਦਿੰਦਾ ਸਿੱਖਾਂ ਨੂੰ, ਉਹਨਾਂ ਦੀ ਮਦਦ ਕਰਦਾ ਮੁਸਲਮਾਨਾਂ ਦੀ। ਫੌਜਾਂ ਦੀ ਗੱਲ ਸੀ, ਧਰਮ ਦੀ ਲੜਾਈ ਨਹੀਂ ਜੀ। ਇਹਨੂੰ ਧਰਮ ਦੀ ਲੜਾਈ ਨਾ ਸਮਝ ਲਿਓ। ਫੌਜਾਂ ਦੀ ਲੜਾਈ, ਰਾਜ ਭਾਗ ਦੀ ਲੜਾਈ ਸੀਗੀ। ਬਾਬਾ ਵੀਰ ਸਿੰਘ ਜੀ ਨੇ ਫਿਰ ਰੁੱਕਾ ਲਿਖਿਆ ਜੀ ਉਹਨੂੰ ਜੀ, ਬੁੱਲੇ ਸ਼ਾਹ ਨੂੰ। ਉਹ ਇੱਕ ਕਵਿਤਾ ਬਣਾ ਕੇ ਲਿਖੀ ਵੀ ਦੇਖ ਕਰਤਾਰ ਦੇ ਰੰਗ ਬੀਤੇ, ਘੋੜਿਆਂ ਵਾਲੇ ਨੂੰ ਰਾਜ ਦਿੱਤੇ। ਇਹ ਕਵਿਤਾ ਲਿਖੀ ਜੀ। ਕਹਿੰਦੇ ਬੁੱਲੇ ਸ਼ਾਹ ਨੂੰ ਦੇ ਦਿਓ। ਬੁੱਲੇ ਸ਼ਾਹ ਨੇ ਚਿੱਠੀ ਰੁੱਕਾ ਖੋਲ ਕੇ ਪੜ੍ਹਿਆ ਤੇ ਵੇਖਿਆ ਘੋੜਿਆਂ ਵਾਲੇ ਨੂੰ ਰਾਜ ਦਿੱਤੇ। ਉਹਨੇ ਵੇਖਿਆ ਵੀ ਲਿਖਿਆ ਕਿੰਨੇ ਆ, ਉਹ ਵੀ ਸਾਧੂ ਹੀਗਾ ਜੀ। ਉਹਨੇ ਜਦੋਂ ਵੇਖਿਆ ਤੇ ਬਾਬਾ ਵੀਰ ਸਿੰਘ ਜੀ ਨੇ ਲਿਖਿਆ ਤਾਂ ਉਹਨੂੰ ਪਤਾ ਲੱਗ ਗਿਆ ਵੀ ਮੇਰੇ 'ਚ ਹੁਣ ਇੰਨੀ ਸਮਰੱਥਾ ਨਹੀਂ ਹੈਗੀ ਜੀ। ਉਹ ਰੁੱਕਾ ਪੜ੍ਹਦਿਆਂ ਸਾਰੀ ਤੁਰ ਪਿਆ। ਉਹਦੇ ਨਾਲ ਦੇ ਤੁਰਕ ਕਹਿੰਦੇ ਕਿੱਥੇ ਚੱਲਿਆ? ਉਹ ਕਹਿੰਦਾ ਘੋੜਿਆਂ ਵਾਲੇ ਨੂੰ ਰਾਜ ਦਿੱਤੇ, ਹੁਣ ਨਹੀਂ ਕੱਖ ਬਣਨਾ। ਉਹ ਉੱਠ ਪਿਆ ਤੇ ਜਿੱਤ ਹੋ ਗਈ ਜੀ। ਅਟਕ ਦਰਿਆ ਵਾਲੀ ਘਟਨਾ ਤੁਸੀਂ ਬੜੀ ਵਾਰੀ ਸੁਣੀ, ਪਰ ਆਪਾਂ ਅਧੂਰੀ ਗੱਲ ਕਰਦੇ ਤੇ ਅਧੂਰੀ ਸੁਣਦੇ ਹਾਂ ਜੀ। ਵੀ ਮਹਾਰਾਜੇ ਨੇ ਰਣਜੀਤ ਸਿੰਘ ਨੇ ਅਟਕ ਦਰਿਆ ਪਾਰ ਕਰਨਾ ਸੀ ਤੇ ਅਰਦਾਸ ਕੀਤੀ ਤੇ ਦਰਿਆ ਰੁਕ ਗਿਆ। ਉਦੋਂ ਬਾਬਾ ਵੀਰ ਸਿੰਘ ਜੀ ਨਰੰਗਾਬਾਦੀ ਨਾਲ ਸੀਗੇ। ਦਰਿਆ ਬੜਾ ਚੜਿਆ ਜੀ, ਠਾਠਾਂ ਮਾਰੇ ਤੇ ਦਰਿਆ ਪਾਰ ਕਰਨਾ। ਤੇ ਮਹਾਰਾਜੇ ਨੇ ਬਾਬਾ ਵੀਰ ਸਿੰਘ ਜੀ ਨੂੰ ਆਖਿਆ ਵੀ ਆਪਾਂ ਦਰਿਆ ਪਾਰ ਕਰਨਾ ਹੈ ਤੇ ਕੁਝ ਕਰੋ। ਤੇ ਬਾਬਾ ਵੀਰ ਸਿੰਘ ਮਹਾਰਾਜੇ ਨੂੰ ਕਹਿਣ ਲੱਗੇ ਵੀ ਤੂੰ ਹਾਥੀ ਤਿਆਰ ਕਰ, ਹਾਥੀ ਤੇ ਬਵਾਂਗਾ, ਦਰਿਆ ਵਿੱਚ ਜਾ ਕੇ ਖਲੋ ਜਾਨਾ ਤੇ ਸੁਖਮਨੀ ਸਾਹਿਬ ਦਾ ਪਾਠ ਕਰਾਂਗਾ ਮੈਂ। ਤੂੰ ਆਪਣੀ ਫੌਜ ਕੱਢ ਲਾ ਸਾਰੀ। ਉਹ ਸੰਗਤ ਜੀ, ਬਾਬਾ ਜੀ ਫਿਰ ਹਾਥੀ ਤੇ ਬੈਠੇ ਤੇ ਦਰਿਆ ਦੇ ਵਿੱਚ ਹਾਥੀ ਨੂੰ ਤੋਰਿਆ। ਉਧਰੋਂ ਪਾਠ ਸ਼ੁਰੂ ਕਰ ਲਿਆ ਸੁਖਮਨੀ ਸਾਹਿਬ ਜੀ ਦਾ ਤੇ ਦਰਿਆ ਉਸੇ ਵੇਲੇ ਨੀਵਾਂ ਹੋ ਗਿਆ ਜੀ, ਗੋਡੇ ਗੋਡੇ ਹੋ ਗਿਆ ਜੀ। ਕਮਾਈ ਵਾਲਿਆਂ ਦਾ ਜੀਵਨ ਤੇ ਨਾਲੇ ਬਾਣੀ ਦਾ ਪ੍ਰਤਾਪ ਜੀ। ਮਹਾਰਾਜੇ ਨੇ, ਉਹਦੀਆਂ ਫੌਜਾਂ ਨੇ ਉਹ ਪਾਰ ਕੀਤਾ ਜੀ, ਦਰਿਆ ਪਾਰ ਕੀਤਾ। ਫੌਜ ਬਹੁਤ ਜ਼ਿਆਦਾ ਸੀ
ਤੇ ਬਾਬਾ ਜੀ ਨੇ ਅਭਿਆਸ ਬਹੁਤ ਸੀ, ਬਾਣੀ ਦਾ ਪਾਠ ਛੇਤੀ ਹੋ ਜਾਂਦਾ ਸੀਗਾ ਜੀ। ਇੱਕ ਤੁਰਕਾਂ ਦੀ ਟੋਲੀ ਰਹਿ ਗਈ ਸੀ, 100-200 ਸਰੀਰ ਸੀ। ਉਹ ਕਹਿੰਦੇ ਅਸੀਂ ਆਪੇ ਸਹਿਜੇ ਸਹਿਜੇ ਆਵਾਂਗੇ, ਦਰਿਆ ਪਾਰ ਕਰਾਂਗੇ। ਮਹਾਰਾਜੇ ਨੇ ਇਸ਼ਾਰਾ ਵੀ ਕੀਤਾ ਵੀ ਆ ਜਾਓ, ਦਰਿਆ ਪਾਰ ਕਰ ਲਓ। ਉਹ ਕਹਿੰਦੇ ਆਰਾਮ ਨਾਲ ਆਵਾਂਗੇ, ਸਹਿਜੇ ਸਹਿਜੇ ਆਵਾਂਗੇ। ਉਦੋਂ ਪਾਠ ਦਾ ਭੋਗ ਪੈ ਗਿਆ ਜੀ। ਨਾਨਕ ਇਹ ਗੁਣ ਨਾਮ ਸੁਖ ਮਨੀ ਹੋ ਗਿਆ। ਬਾਬਾ ਜੀ ਨੇ ਹਾਥੀ ਤੋਰਿਆ ਤੇ ਬਾਬਾ ਜੀ ਦਰਿਆ ਚੋਂ ਬਾਹਰ ਨਿਕਲੇ ਤੇ ਦਰਿਆ ਫਿਰ ਓਨਾ ਹੀ ਚੜ ਗਿਆ ਜੀ। ਉਹ ਦਰਿਆ ਪਾਰ ਕਰਨ ਦਾ ਹੀ, ਬਾਕੀ ਉਹ ਸਭ ਫਿਰ ਦਰਿਆ ਦੀ ਭੇਟ ਚੜ ਕੇ ਸਭ ਦਰਿਆ ਦੇ ਵਿੱਚ ਹੀ ਰੁੜ ਗਏ ਜੀ। ਤੇ ਮਹਾਂਪੁਰਖ ਕਹਿੰਦੇ ਇੰਨਾ ਕੁ ਤੇ ਫਿਰ ਦਰਿਆ ਨੂੰ ਭੇਟਾ ਵੀ ਦੇਣੀ ਪੈਣੀ ਸੀਗੀ। ਪਾਰ ਕੀਤਾ ਦਰਿਆ, ਭੇਟਾ ਵੀ ਦੇਣੀ ਪੈਣੀ ਸੀ। ਮਤਲਬ ਬਾਣੀ ਦੇ ਬਲ ਦੇ ਨਾਲ ਮਹਾਂਪੁਰਖ ਸਭ ਕੁਝ ਕਰ ਜਾਂਦੇ ਆ, ਬਾਣੀ ਦੇ ਬਲ ਦੇ ਨਾਲ। ਬਾਬਾ ਮਹਾਰਾਜ ਸਿੰਘ ਜੀ ਉਸ ਸਮੇਂ ਬਾਬਾ ਵੀਰ ਸਿੰਘ ਜੀ ਦੀ ਸੰਗਤ ਵਿੱਚ ਸਨ। ਉੱਚੇ ਲੰਮੇ ਸੋਹਣੇ ਜਵਾਨ ਸੀਗੇ, ਲੰਗਰ ਦੀ ਸੇਵਾ ਕਰਦੇ ਹੁੰਦੇ ਸੀ ਤੇ ਦਾੜੀ ਨਹੀਂ ਸੀ ਆਈ। ਗੁਰਮਤਿ ਚ ਆਪਾਂ ਕਹਿੰਦੇ ਦਾੜਾ ਨਹੀਂ ਉਤਰਿਆ ਜਾਂ ਦਾੜਾ ਪ੍ਰਕਾਸ਼ ਨਹੀਂ ਹੋਇਆ। ਸਿੱਧੀ ਪੰਜਾਬੀ ਚ ਕਹਿ ਦਿੰਦੇ ਵੀ ਦਾੜੀ ਨਹੀਂ ਸੀ ਆਈ। ਹੁਣ ਉਹ ਸੇਵਾ ਬੜੀ ਕਰਦੇ ਸੀਗੇ ਤੇ ਨਾਮ ਸੀ ਮਹਾਰਾਜ ਸਿੰਘ, ਤੇ ਸਿੰਘ ਉਹਨੂੰ ਮਹਾਰਾਜ ਜੀ ਕਹਿੰਦੇ ਹੁੰਦੇ ਸੀਗੇ। ਪਰ ਕਈ ਵਾਰੀ ਮਖੌਲ ਵੀ ਕਰ ਲੈਂਦੇ। ਕਹਿੰਦੇ ਲੰਕਾ ਦਾ ਚੋਰ ਤਾਂ ਲੰਕਾ ਦਾ ਚੋਰ, ਜਿਹਦੇ ਦਾੜੀ ਨਾ ਆਵੇ ਉਹਨੂੰ ਲੰਕਾ ਦਾ ਚੋਰ ਕਹਿੰਦੇ ਸੀਗੇ ਜੀ। ਜਾਂ ਕੀ ਕਹਿੰਦੇ ਜੀ, ਆਪਣੀ ਠੇਠ ਪੰਜਾਬੀ ਚ ਖੋਦਾ ਵੀ ਕਹਿ ਦਿੰਦੇ ਜੀ ਉਹਨੂੰ। ਬਾਬੇ ਮਹਾਰਾਜ ਸਿੰਘ ਨੂੰ ਖੋਦਾ ਖੋਦਾ ਕਹਿਣਾ ਵੀ ਖੋਦਾ ਹੈ, ਖੋਦਾ ਹੈ। ਬਾਬਾ ਮਹਾਰਾਜ ਸਿੰਘ ਬਾਬਾ ਵੀਰ ਸਿੰਘ ਜੀ ਦੇ ਕੋਲ ਆਏ। ਪਹਿਲਾਂ ਤੇ ਮਹਾਰਾਜ ਸਿੰਘ ਹੀ ਸੀ, ਬਾਅਦ ਚੋਂ ਬਾਬਾ ਮਹਾਰਾਜਾ ਸਿੰਘ ਕਹਿੰਦੇ ਸੀ ਉਹਨਾਂ ਨੂੰ। ਕਹਿੰਦੇ ਮਹਾਰਾਜ ਮੈਨੂੰ ਛੁੱਟੀ ਦੇ ਦਿਓ, ਮੈਂ ਨਹੀਂ ਰਹਿਣਾ ਫੌਜਾਂ ਦੇ ਵਿੱਚ, ਮੈਂ ਨਹੀਂ ਰਹਿਣਾ ਦਲ 'ਚ। ਉਹ ਕਹਿੰਦੇ ਕੀ ਗੱਲ? ਕਹਿੰਦੇ ਸਾਰੇ ਮੈਨੂੰ ਮਜ਼ਾਕ ਕਰਦੇ ਰਹਿੰਦੇ, ਖੋਦਾ ਖੋਦਾ ਕਹਿੰਦੇ ਰਹਿੰਦੇ ਆ, ਤੇ ਮੈਂ ਤਾਂ ਨਹੀਂ ਰਹਿਣਾ। ਖੋਦਾ 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 ਮੈਂ ਨਹੀਂ ਅਖਵਾ ਸਕਦਾ, ਕਦੀ ਲੰਕਾ ਦਾ ਚੋਰ ਕਹਿੰਦੇ ਆ, ਤੇ ਮੈਂ ਘਰ ਜਾਣਾ ਤੇ ਘਰੋਂ ਹੀ ਨਹੀਂ ਨਿਕਲਿਆ ਕਰਨਾ, ਅੰਦਰ ਹੀ ਰਹਿਣਾ। ਇਹ ਰੱਬ ਦੀ ਦਾਤ ਹੈ। ਜਿਨ੍ਹਾਂ ਨੂੰ ਸਮੇਂ ਨਾਲ ਦਾੜਾ ਆ ਜੇ, ਇਹ ਵੀ ਰੱਬ ਦੀ ਦਾਤ ਹੈ। ਪੁਰਸ਼ ਦਾ ਸੁਹੱਪਣ ਇਹਦੇ ਵਿੱਚ ਹੈਗਾ ਜੀ। ਉਹ ਕਹਿੰਦੇ ਸੁਣ, ਸਵੇਰੇ ਵੀ ਦੀਵਾਨ ਲੱਗਦਾ ਤੇ ਸ਼ਾਮ ਨੂੰ ਵੀ ਦੀਵਾਨ ਲੱਗਦਾ। ਜਿੱਥੋਂ ਸੰਗਤਾਂ ਮੱਥਾ ਟੇਕਦੀਆਂ, ਚਰਨ ਪੂੰਝਦੀਆਂ ਨੇ, ਉੱਥੇ ਇੱਕ ਕੱਪੜਾ ਵਿਛਿਆ ਹੁੰਦਾ ਸੀ, ਆਪਾਂ ਪਾਏਦਾਨ ਕਹਿ ਦਿੰਦੇ ਹਾਂ। ਮਹਾਂਪੁਰਖ ਕਹਿੰਦੇ ਬਾਬਾ ਵੀਰ ਸਿੰਘ ਜੀ ਵੀ ਤੂੰ ਉਹਨੂੰ ਝਾੜਿਆ ਕਰ, ਉਹਨੂੰ ਝਾੜ ਲਿਆ ਕਰ, ਤਾਂ ਉਹਦੇ ਚੋਂ ਜਿਹੜੀ ਧੂੜ ਨਿਕਲਦੀ ਹੈ ਨਾ ਸੰਗਤਾਂ ਦੀ, ਚਰਨ ਧੂੜ, ਉਹ ਆਪਣੇ ਮੂੰਹ ਤੇ ਲਾਇਆ ਕਰ, ਠੋਡੀ ਤੇ ਲਾਇਆ ਕਰ, ਗੱਲਾਂ ਤੇ ਲਾਇਆ ਕਰ। ਕਹਿੰਦੇ ਇਹਦੇ ਨਾਲ ਕੀ ਹੋਏਗਾ? ਕਹਿੰਦੇ ਗੁਰੂ ਨਾਨਕ ਭਲੀ ਕਰੇਗਾ, ਪਰ ਸ਼ਰਧਾ ਦੇ ਨਾਲ ਲਾਉਣੀ ਓ। ਚੇਤਾ ਰੱਖਿਓ, ਜਿਸ ਅਸਥਾਨ ਤੇ ਸੰਗਤ ਹੁੰਦੀ ਹੈ, ਜਿਸ ਜਗ੍ਹਾ ਸੰਗਤ ਬਹਿ ਕੇ ਕਥਾ ਸੁਣੇ, ਜਿਸ ਜਗ੍ਹਾ ਸੰਗਤ ਬੈਠ ਕੇ ਕੀਰਤਨ ਸੁਣੇ, ਜਿਸ ਜਗ੍ਹਾ ਸੰਗਤ ਬੈਠ ਕੇ ਬਾਣੀ ਪੜ੍ਹੇ, ਉੱਥੋਂ ਦੀ ਮਿੱਟੀ ਵਿੱਚ ਵੀ ਤਾਕਤ ਆ ਜਾਂਦੀ ਹੈ। ਭਾਈ ਗੁਰਦਾਸ ਜੀ ਲਿਖਦੇ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਜਦੋਂ ਸੰਗਤ ਉੱਠੇ ਤੇ ਤੱਪੜ ਝਾੜ ਕੇ ਲੋਕ ਵਿਛਾਉਂਦੇ ਆ, ਉਦੋਂ ਤੱਪੜ ਹੀ ਵਿਛਦੇ ਹੁੰਦੇ ਸੀਗੇ ਜੀ। ਆਹ ਮੈਟ ਗਲੀਚੇ ਤੇ ਹੁਣ ਆਏ, ਇਹ ਤੇ ਝਾੜੇ ਹੀ ਨਹੀਂ ਜਾਂਦੇ ਸੀ ਕਿਸੇ ਕੋਲੋਂ, ਐਡੇ ਭਾਰੇ ਆ। ਉਦੋਂ ਤੱਪੜ ਵਿਛਦੇ ਸੀ, ਦਰੀਆਂ ਵਿਛਦੀਆਂ ਸੀ, ਪਰ ਉਹ ਸੁੱਚਤਾ ਹੁੰਦੀ ਸੀਗੀ, ਉਹਦੇ 'ਚ ਸੁੱਚ ਹੁੰਦੀ ਸੀਗੀ। ਰੋਜ਼ ਝਾੜਨੇ, ਰੋਜ਼ ਵਿਛਾਉਣੇ, ਨਾਲੇ ਸੇਵਾ ਕਰਨ ਵਾਲਿਆਂ ਨੂੰ ਸੇਵਾ ਮਿਲ ਜਾਂਦੀ ਸੀਗੀ। ਹੁਣ ਇਹ ਏਡੇ ਏਡੇ ਮੋਟੇ ਵਿਸ਼ੇ ਆ, ਝਾੜ ਹੀ ਨਹੀਂ ਕੋਈ ਸਕਦਾ ਛੇਤੀ ਜੀ। ਸੇਵਾ ਘੱਟ ਗਈ, ਤੇ ਜੇ ਸੇਵਾ ਘੱਟ ਗਈ ਤੇ ਸ਼ਰਧਾ ਵੀ ਘੱਟ ਗਈ। ਅੱਜ ਕੇ ਆਖੋ ਵਾਹਿਗੁਰੂ।
ਸੇਵਾ ਕਰਨ ਵਾਲੇ ਬੰਦੇ ਦੇ ਅੰਦਰ ਸ਼ਰਧਾ ਪੱਕੀ ਹੁੰਦੀ ਹੈ ਜੀ। ਜਿਉਂ-ਜਿਉਂ ਕੋਈ ਸੇਵਾ ਕਰੇਗਾ, ਹੱਥੀਂ ਸੇਵਾ ਕਰੇਗਾ। ਪਹਿਲੇ ਸਿੱਖਾਂ 'ਚ ਸ਼ਰਧਾ ਇਸੇ ਕਰਕੇ ਜ਼ਿਆਦਾ ਸੀ ਕਿਉਂਕਿ ਹੱਥੀਂ ਸੇਵਾ ਕਰਦੇ ਹੁੰਦੇ ਸੀ। ਤੇ ਹੱਥੀਂ ਸੇਵਾ ਕਰਨੀ ਹੈ, ਸੇਵਾ ਨਾਲ ਮਨ ਪਵਿੱਤਰ ਹੋਣਾ, ਪਵਿੱਤਰ ਮਨ 'ਚ ਸ਼ਰਧਾ ਆ ਕੇ ਟਿਕਦੀ ਹੈ, ਭਰੋਸਾ ਆ ਕੇ ਟਿਕਦਾ। ਉਹ ਤੱਪੜ ਝਾੜਦੇ ਹੁੰਦੇ ਸੀਗੇ, ਉਹ ਫਿਰ ਧੂੜ ਜਦੋਂ ਉੱਡਦੀ ਨਾ, ਉਹ ਸਾਰੇ ਕੱਪੜਿਆਂ 'ਤੇ ਪੈਂਦੀ, ਮੁੱਖ 'ਤੇ ਪੈਂਦੀ, ਦਾੜੇ 'ਤੇ ਪੈਂਦੀ, ਦਸਤਾਰਾਂ 'ਤੇ ਪੈਂਦੀ, ਚੁੰਨੀਆਂ 'ਤੇ ਪੈਂਦੀ। ਤੇ ਭਾਈ ਗੁਰਦਾਸ ਜੀ ਕਹਿੰਦੇ ਵੀ ਧੂੜੀ ਸੰਗਤਾਂ ਦੀ ਚਰਨ ਧੂੜੀ ਦੇ ਨਾਲ ਇਸ਼ਨਾਨ ਹੀ ਹੋ ਜਾਂਦਾ ਹੈ, ਇਸ਼ਨਾਨ ਹੀ ਹੋ ਜਾਂਦਾ ਹੈ ਸੰਗਤਾਂ ਦੀ ਚਰਨ ਧੂੜ ਦੇ ਨਾਲ। ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਇਸ਼ਨਾਨ ਹੋ ਜਾਂਦਾ। ਥੋੜੀ ਬਤਾ ਇਸ ਕਰਕੇ ਬਾਬਾ ਵੀਰ ਸਿੰਘ ਕਹਿੰਦੇ ਵੀ ਤੂੰ ਉਹ ਕੱਪੜਾ ਝਾੜਿਆ ਕਰ ਤੇ ਸੰਗਤਾਂ ਦੀ ਧੂੜ ਇਕੱਠੀ ਕਰਿਆ ਕਰ। ਜਦੋਂ ਸੰਗਤ ਦੀ ਧੂੜ ਇਕੱਠੀ ਹੋ ਜਾਏਗੀ ਉਹਨੂੰ ਮੁੱਖ ਤੇ ਲਾਇਆ ਕਰ, ਪਰ ਕੰਮ ਸ਼ਰਧਾ ਨਾਲ ਕਰਿਆ ਕਰ, ਸ਼ਰਧਾ ਨਾਲ ਕਰਿਆ ਕਰ। ਇਹਦੀਆਂ ਬੜੀਆਂ ਉਦਾਹਰਣਾਂ ਨੇ। ਵਾਹਿਗੁਰੂ ਮਿਹਰ ਕਰੇ ਹੁਣ ਸਾਰੀਆਂ ਗੱਲਾਂ ਆ ਕੈਮਰਾ ਸਾਹਮਣੇ ਲੱਗਾ ਹੈ, ਡਰ ਆਉਂਦਾ ਹੈ ਗੱਲ ਕਰਨ ਲੱਗਿਆਂ। ਅੱਜ ਕੱਲ੍ਹ ਗੱਲ ਮਿੰਟ 'ਚ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ, ਪਰ ਤਾਕਤ ਹੈਗੀ ਇਹਨਾਂ ਦੀ। ਸੰਗਤਾਂ ਦੀ ਚਰਨ ਧੂੜ 'ਚ ਬੜੀ ਤਾਕਤ ਹੈ। ਇੰਨੀ ਜ਼ਿਆਦਾ ਤਾਕਤ ਹੈ, ਇੰਨੀ ਜ਼ਿਆਦਾ ਤਾਕਤ ਹੈ ਵੀ ਇਹ ਜੀਵਨ ਬਦਲ ਦਿੰਦੀ ਹੈ। ਪਰ ਸ਼ਰਧਾ ਨਾਲ ਹੋਵੇ, ਭਰੋਸਾ ਨਾਲ ਹੋਵੇ, ਟੀਚਰ ਨਾ ਹੋਵੇ। ਬਾਬਾ ਮਹਾਰਾਜ ਸਿੰਘ ਨੇ ਫਿਰ ਉਹ ਕੱਪੜਾ ਝਾੜਨਾ, ਰੋਜ਼ ਧੂੜ ਇਕੱਠੀ ਕਰਨੀ, ਆਪਣੇ ਮੁੱਖ ਤੇ ਲਾ ਲੈਣੀ। ਬਾਬਾ ਵੀਰ ਸਿੰਘ ਜੀ ਕਹਿੰਦੇ ਛੋਟੀ ਮੋਟੀ ਗੱਲ ਹੋਵੇ ਤੇ ਸੰਗਤ ਛੱਡ ਕੇ ਨਹੀਂ ਜਾਈਦੀ। ਗੱਜ ਕੇ ਆਖੋ ਵਾਹਿਗੁਰੂ। ਤੇ ਮੈਂ ਤਾਂ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਉਹਨਾਂ ਦਾ ਇੱਕ ਬਚਨ ਸੁਣਿਆ, ਮਨ ਕ੍ਰਿਤ ਕ੍ਰਿਤ ਹੋ ਗਿਆ, ਮਨ ਗਦ ਗਦ ਹੋ ਗਿਆ। ਉਹਨਾਂ ਇੱਕ ਸਿੰਘ ਨੂੰ ਕਿਹਾ ਵੀ ਜੇ ਇਹ ਤੈਨੂੰ ਧੱਕੇ ਵੀ ਮਾਰਨ ਨਾ ਸੰਗਤ ਵਾਲੇ ਤੇ ਤਾਂ ਵੀ ਨਹੀਂ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਤਾਂ ਵੀ ਨਹੀਂ ਛੱਡਣੀ, ਭਾਵੇਂ ਸੰਗਤਾਂ ਧੱਕੇ ਹੀ ਮਾਰਨ ਵੀ ਜਾ, ਪਰ ਤਾਂ ਵੀ ਨਹੀਂ ਜਾਣਾ। ਇੱਥੇ ਸਭ ਕੁਝ ਮਿਲਦਾ ਹੈ। ਉਹ ਕਹਿੰਦੇ ਸੰਗਤ ਥੋੜ੍ਹੀ ਛੱਡ ਕੇ ਜਾਈਦੀ ਹੈ। ਉਹਨਾਂ ਇਸੇ ਤਰ੍ਹਾਂ ਕੀਤਾ। ਸਾਧ ਸੰਗਤ ਜੀ ਉਹ ਧੂੜ ਜਿਹੜੀ ਸੀ ਉਹ ਮੁੱਖ ਤੇ ਲਾਉਣੀ ਸ਼ੁਰੂ ਕਰ ਦਿੱਤੀ ਤੇ ਸਹਿਜੇ ਸਹਿਜੇ ਭਰਵਾਂ ਦਾੜਾ ਆਇਆ ਜੀ। ਫਿਰ ਬਾਬਾ ਮਹਾਰਾਜ ਸਿੰਘ ਨੂੰ ਭਰਵਾਂ ਦਾੜਾ ਇੰਨਾ ਲੰਮਾ ਆਇਆ, ਮੈਂ ਗੁਰਸਿੱਖਾਂ ਕੋਲੋਂ ਹੀ ਸੁਣਿਆ ਵੀ ਜਦੋਂ ਖਲੋਂਦੇ ਸੀ ਤੇ ਚਰਨਾਂ ਤੱਕ ਜਾਂਦਾ ਸੀ। ਇਹ ਬਾਬਾ ਵੀਰ ਸਿੰਘ ਜੀ ਨੇ ਦੱਸਿਆ ਵੀ ਸੰਗਤ ਦੀ ਚਰਨ ਧੂੜ ਤੇ ਗੁਰਮੁਖ ਦੇ ਬਚਨ ਵਿੱਚ ਕਿੰਨਾ ਬਲ ਹੁੰਦਾ ਹੈ। ਇੰਨਾ ਲੰਮਾ ਦਾੜਾ ਆਇਆ ਤੇ ਇਹਦੇ ਬਾਵਜੂਦ ਹੁਣ ਵੇਖੋ ਅਗਲੀ ਗੱਲ ਸੁਣੋ। ਦਾੜਾ ਏਡਾ ਲੰਮਾ ਆਇਆ, ਸਮਾਂ ਆਇਆ ਫਿਰ ਉਹਨਾਂ ਨੂੰ ਮਹਾਰਾਜਾ ਵੀ ਬਣਾਇਆ, ਵੀ ਮਹਾਰਾਜ ਸਿੰਘ ਹੀ ਕਹਿੰਦੇ ਸੀ ਉਹਨਾਂ ਨੂੰ। ਸੰਤ ਮਹਾਂਪੁਰਖ ਦਾ ਖਿਤਾਬ ਮਿਲਿਆ, ਸੰਤ ਮਹਾਰਾਜ ਦਾ ਖਿਤਾਬ ਮਿਲਿਆ ਉਹਨਾਂ ਨੂੰ। ਤੇ ਫਿਰ ਪਤਾ ਕੀ ਬਣਿਆ ਜੀ, ਇੰਨੀ ਵੱਡੀ ਪਦਵੀ ਮਿਲ ਗਈ, ਪਰ ਫਿਰ ਵੀ ਕਹਿੰਦੇ ਮੈਂ ਸੰਗਤਾਂ ਦੇ ਜੋੜੇ ਹੱਥੀਂ ਝਾੜਦੇ ਆ। ਵੇਖੋ ਸਿੱਖ ਪੁਰਾਣੇ ਸੇਵਾ ਨਹੀਂ ਛੱਡਦੇ, ਜੋ ਮਰਜ਼ੀ ਹੋ ਜਾਏ ਸੇਵਾ ਨਹੀਂ ਛੱਡਣੀ, ਜੋੜੇ ਹੱਥੀਂ ਝਾੜਦੇ ਆ ਕਹਿੰਦੇ। ਪਰ ਸਾਧ ਸੰਗਤ ਜੀ ਇੱਕ ਸਿੰਘ, ਬੜੇ ਲੋਕ ਤਰਕਾਂ ਵਾਲੇ ਹੁੰਦੇ, ਇੱਕ ਤਾਂ ਗਿਆਨ ਧਿਆਨ ਚਲਾਉਣ ਵਾਲੇ ਬੜੇ ਹੁੰਦੇ ਨਾ ਜੀ, ਗਿਆਨੀ ਨਹੀਂ ਟਿਕਣ ਦਿੰਦੇ। ਉਹ ਕਿ ਆਇਆ ਕਹਿੰਦਾ ਇਹ ਕੀ ਕਰਨ ਦੇ ਤੇ ਤੁਹਾਡਾ ਦਾੜਾ ਜੋੜਿਆਂ ਨੂੰ ਲੱਗਣ ਦਿਆ। ਉਹ ਕਹਿੰਦੇ ਸਿੰਘਾ ਚੁੱਪ ਕਰ, ਇਹ ਦਾੜਾ ਮਿਲਿਆ ਹੀ ਸੰਗਤ ਦੇ ਚਰਨਾਂ ਚੋਂ ਹੈ, ਫਿਰ ਕੀ ਅਜੇ ਲੱਗਣ ਦਿਆ। ਤੇ ਕਹਿੰਦੇ ਮੈਂ ਤਾਂ ਹੈ ਹੀ ਖੋਦਾ ਸਾਂ, ਮੈਨੂੰ ਤੇ ਦਾੜਾ ਆਉਂਦਾ ਹੀ ਨਹੀਂ ਸੀਗਾ, ਇਹ ਮਿਲਿਆ ਹੀ ਸੰਗਤਾਂ ਦੇ ਪ੍ਰਤਾਪ ਨਾਲ ਹੈ, ਸੰਗਤਾਂ ਦੀ ਚਰਨ ਧੂੜ ਨਾਲ ਮਿਲਿਆ, ਫਿਰ ਕੀ ਜੇ ਜੋੜਿਆਂ ਨੂੰ ਲੱਗ ਗਿਆ। ਤੇ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ
ਲਗਨ ਬਾਣੀ ਚ ਮਹਾਰਾਜ ਲਿਖਦੇ ਆ। ਸੋ ਬੜੇ ਬੜੇ ਮਹਾਨ ਕਾਰਜ ਬਾਬਾ ਜੀ, ਬਾਬਾ ਵੀਰ ਸਿੰਘ ਜੀ ਨਰੰਗਾਬਾਦੀਆਂ ਨੇ ਕੀਤੇ। ਉਹਨਾਂ ਦੀ ਸ਼ਹੀਦੀ ਜਿਹੜੀ ਹੈ ਨਾ ਉਹ ਵਿਲੱਖਣ ਹੈਗੀ ਹੈ। ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਨਾਲ ਕਾਲ ਵਸ ਹੋਇਆ। ਕੁਝ ਸੰਧਾ ਵਾਲੀਏ ਸਰਦਾਰ ਸਨ, ਉਹ ਸਾਧ ਸੰਗਤ ਜੀ ਬਾਬਾ ਵੀਰ ਸਿੰਘ ਜੀ ਦੀ ਸ਼ਰਨ ਚ ਆ ਗਏ। ਹੁਣ ਉਹ ਵੀ ਸਰਦਾਰ ਸਿੱਖ ਨੇ ਸਾਰੇ, ਤੇ ਦੂਜੇ ਬੰਨੇ ਜਿਨ੍ਹਾਂ ਤੋਂ ਭਗੌੜੇ ਸੀਗੇ ਉਹ ਵੀ ਸਰਦਾਰ ਸਿੱਖਾਂ ਦੀ ਫੌਜ ਸੀ ਸਾਰੀ। ਉਹਨਾਂ ਨੇ ਫਿਰ ਭੜਕਾਇਆ ਆਪਣੀਆਂ ਫੌਜਾਂ ਨੂੰ ਵੀ ਬਾਬਾ ਵੀਰ ਸਿੰਘ ਗੁਰੂ ਬਣ ਕੇ ਬੈਠੇ ਆ। ਇੰਨਾ ਵੱਡਾ ਤੇਜ ਪ੍ਰਤਾਪ ਸੀ ਵੀ ਚੌਰ ਸਾਹਿਬ ਸਿਰ ਉਹਨਾਂ ਦੇ ਸਿਰ ਤੇ ਹੁੰਦਾ ਸੀ, ਚੌਰ ਹੁੰਦਾ ਸੀਗਾ। ਚੌਰ ਹੋਣਾ ਵੱਡੀ ਗੱਲ ਨਹੀਂ ਹੈਗੀ। ਆਪਾਂ ਕਹਿੰਦੇ ਨੇ ਕਿਸੇ ਦੂਜੇ ਦੇ ਸਿਰ ਤੇ ਕਿਉਂ ਹੁੰਦਾ, ਬੜਿਆਂ ਰਾਜਿਆਂ ਦੇ ਸਿਰ ਤੇ ਚੌਰ ਹੁੰਦਾ ਰਿਹਾ ਹੈ। ਪਰ ਸਮੇਂ ਨਾਲ ਰਾਜੇ ਵੀ ਖਤਮ ਹੋਏ ਤੇ ਚੌਰ ਵੀ ਖਤਮ ਹੋਏ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਚੌਰ ਸਾਹਿਬ ਹੈ ਉਹਦੀ ਤੁਲਨਾ ਰਾਜੇ ਦੇ ਚੌਰਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ। ਇਹ ਤਾਂ ਜੁਗੋ ਜੁਗ ਟੱਲ ਹੈ। ਅਜੈ ਸੋ ਚਵਰ ਸਿਰ ਢੁਲੈ, ਭੱਟ ਜੀ ਬਾਣੀ 'ਚ ਲਿਖਦੇ ਆ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਚੌਰ ਸਾਹਿਬ ਹੈ ਉਹਦੀ ਬਾਕੀਆਂ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ। ਇਹ ਤੰਗ ਦਿਲੀ ਹੈ, ਰਾਜੇ ਮਹਾਰਾਜੇ ਕਰਾਉਂਦੇ ਆ। ਮੈਂ ਤੁਹਾਨੂੰ YouTube ਤੇ ਹੁਣ ਵੀ ਵਿਖਾ ਸਕਦਾ, ਹੈਦਰਾਬਾਦ ਦੇ ਨਿਜ਼ਾਮ ਦੇ ਸਿਰ ਤੇ ਇੱਕ ਦੀ ਵੀ ਥਾਂ ਤੇ 2 ਚੌਰ ਹੁੰਦੇ ਆ। ਤੇ ਗੁਰੂ ਗ੍ਰੰਥ ਸਾਹਿਬ ਚੌਰ ਸਾਹਿਬ ਕਰਕੇ ਮਹਾਨ ਨਹੀਂ ਹੈਗੇ। ਗੁਰੂ ਗ੍ਰੰਥ ਸਾਹਿਬ ਉਂਝ ਹੀ ਬੜੇ ਮਹਾਨ ਨੇ। ਇਹ ਕਹੀਏ ਵੀ ਚੌਰ ਕਰਕੇ ਹੀ ਮਹਾਰਾਜ ਮਹਾਨ ਨੇ, ਨਹੀਂ। ਇਹ ਠੀਕ ਹੈ, ਆਪਾਂ ਕਹਿੰਦੇ ਚਵਰ ਛਤਰ ਤਖਤ ਦੇ ਮਾਲਕ, ਪਰ ਗੁਰੂ ਗ੍ਰੰਥ ਸਾਹਿਬ ਇਹਨਾਂ ਤੋਂ ਵੀ ਬੜੇ ਵੱਡੇ ਮਹਾਨ ਨੇ। ਚੌਰ ਤਖਤ ਛਤਰ ਇਹ ਤੇ ਰਾਜਿਆਂ ਦੇ ਵੀ ਹੈਗੇ ਹੈ ਜੀ। ਰਾਜਿਆਂ ਦੇ ਉੱਤੇ ਚੌਰ ਨਹੀਂ ਹੁੰਦੀ ਜੀ, ਰਾਜਿਆਂ ਦੇ ਨੂੰ ਛਤਰ ਨਹੀਂ ਲੱਗਦੇ ਜੀ, ਰਾਜਿਆਂ ਨੂੰ ਤਖਤ ਨਹੀਂ ਹੁੰਦੇ ਜੀ। ਪਰ ਗੁਰੂ ਸਾਹਿਬ ਇਹਨਾਂ ਤੋਂ ਕਿਤੇ ਮਹਾਨ ਨੇ। ਕਹਿ ਦਿੰਦੇ ਚਵਰ ਛਤਰ ਤਖਤ ਦੇ ਮਾਲਕ, ਪਰ ਮਹਾਰਾਜ ਬਹੁਤ ਮਹਾਨ ਨੇ। ਇਹ ਤਾਂ ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ ਹਨ। ਇਹਨਾਂ ਦੀ ਤੇ ਮਹਾਨ ਉਪਮਾ। ਤੰਗ ਦਿਲੀ ਬਾਬਾ ਵੀਰ ਸਿੰਘ ਉੱਤੇ ਫਿਰ ਇਲਜ਼ਾਮ ਲਾਏ, ਇਹੋ ਜਿਹੇ ਕੰਮ ਕਰਦੇ ਆ। ਕਹਿੰਦੇ ਉਹਨਾਂ ਸੰਧਾ ਵਾਲਿਆਂ ਸਰਦਾਰਾਂ ਨੂੰ ਕਹੋ ਵੀ ਇਹ ਕੰਮ ਛੱਡ ਦੇਣ, ਉਹਨਾਂ ਨੂੰ ਛੱਡ ਦਿਓ। ਬਾਬਾ ਵੀਰ ਸਿੰਘ ਕਹਿੰਦੇ ਨਾ ਭਾਈ, ਉਹ ਸਾਡੀ ਸ਼ਰਨ ਵਿੱਚ ਆਏ ਆ, ਤੇ ਜੋ ਸ਼ਰਨ ਆਵੇ ਤਿਸ ਕੰਠ ਲਗਾਵੇ। ਪਰਮੇਸ਼ਰ ਦਾ ਵੀ ਸੁਭਾਅ ਹੈ, ਪਰਮੇਸ਼ਰ ਦੇ ਪਿਆਰਿਆਂ ਦਾ ਵੀ ਸੁਭਾਅ ਹੈ। ਸਿੱਖੋ, ਲੜੋ ਨਾ ਇੱਕ ਦੂਜੇ ਦੇ ਨਾਲ। ਹਾਂ, ਤੁਹਾਨੂੰ ਅਸੀਂ ਤੁਹਾਡੀ ਸਲਾਹ ਕਰਾ ਦਿੰਦੇ, ਪਰ ਉਹ ਨਹੀਂ ਮੰਨੇ ਜੀ। ਸ਼ਰਨ ਆਇਆਂ ਦੀ ਲਾਜ ਨਹੀਂ ਛੱਡੀ। ਉਹਨਾਂ ਫਿਰ ਫੌਜਾਂ ਚਾੜੀਆਂ। ਬਾਬਾ ਵੀਰ ਸਿੰਘ ਕਹਿੰਦੇ ਵੀ ਸਾਡੇ ਹੀ ਭਰਾ ਆ ਰਹੇ ਆ, ਲੰਗਰ ਤਿਆਰ ਕਰੋ। ਉਹ ਲੜਨ ਦੇ ਹਿਸਾਬ ਨਾਲ ਆ ਰਹੇ ਆ, ਤੇ ਬਾਬਾ ਵੀਰ ਸਿੰਘ ਹੋਣਾ ਨੇ ਲੰਗਰ ਤਿਆਰ ਕਰਵਾਇਆ। ਲੰਗਰ 27 ਵਿਸਾਖ ਵਾਲਾ ਦਿਨ ਅੰਮ੍ਰਿਤ ਵੇਲਾ ਹੋਇਆ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਲੰਗਰ ਬਣਾ ਕੇ ਰੱਖਿਆ ਜੀ। ਤੇ ਉਹਨਾਂ ਫਿਰ ਦੂਜੇ ਪਾਸੇ ਉਹਨਾਂ ਤੋਪਾਂ ਗੋਲੇ ਚਲਾਉਣੇ ਸ਼ੁਰੂ ਕੀਤੇ। ਤੇ ਸਿੰਘ ਆ ਕੇ ਬਾਬਾ ਜੀ ਨੂੰ ਕਹਿੰਦੇ, ਬਾਬਾ ਜੀ ਤੋਪਾਂ ਚਲਾਉਣ ਲੱਗ ਪਏ ਆ, ਆਪਾਂ ਸ਼ਾਂਤ ਬੈਠੇ ਹਾਂ, ਹੁਕਮ ਦੇ ਦਿਓ। ਕਹਿੰਦੇ ਨਹੀਂ, ਜਿਹੜੇ ਤੋਪਾਂ ਚਲਾ ਰਹੇ ਉਹ ਵੀ ਸਿੰਘ ਹੀ ਨੇ। ਸਿੰਘ ਉੱਤੇ ਕਿਵੇਂ ਤੋਪ ਚਲਾ ਦੇ? ਉਹ ਅਣਜਾਣ ਨੇ, ਆਪਾਂ ਨਹੀਂ ਇਹ ਗਲਤੀ ਕਰਨੀ, ਮਾਰ ਦੇਣ। ਇਹਨੂੰ ਕਹਿੰਦੇ ਜੇ ਸ਼ਾਂਤੀ। ਕਿੰਨੀ ਸ਼ਾਂਤੀ ਰੱਖੀ ਜੀ। ਕਮਾਈ ਤੋਂ ਬਗੈਰ ਸ਼ਾਂਤੀ ਵੀ ਨਹੀਂ ਰੱਖੀ ਜਾਂਦੀ। ਲੋਕਾਂ ਦਾ ਸੁਭਾਅ ਹੈ ਕੌੜਾ ਬੋਲਣਾ, ਫਿੱਕਾ ਬੋਲਣਾ। ਕੋਈ ਮਾੜਾ ਮੋਟਾ ਕੌੜਾ ਬੋਲ ਦੇਵੇ, ਫਿੱਕਾ ਬੋਲ ਦੇਵੇ, ਉਸੇ ਵੇਲੇ ਹੀ ਸਾਡੇ ਪਾਰੇ ਹਾਈ ਹੋ ਜਾਂਦੇ ਵੀ ਇਹ ਬੋਲਿਆ ਹੀ ਕਿਉਂ ਹੈ। ਪਰ ਇਹਦੇ ਤੋਂ ਵੱਧ ਕੀ ਹੋਏਗਾ ਵੀ ਅਗਲਿਆਂ ਤੋਪਾਂ ਹੀ ਚਲਾ ਦਿੱਤੀਆਂ ਜੀ। ਆਸਾ ਜੀ ਦੀ ਵਾਰ ਦਾ ਭੋਗ ਪਿਆ, ਅਰਦਾਸ ਕੀਤੀ, ਤੇ ਬਾਬਾ ਵੀਰ ਸਿੰਘ ਜੀ ਅੱਜ ਦੇ ਦਿਨ ਬੈਠੇ ਅਰਦਾਸ ਕਰਕੇ, ਤੇ ਫਿਰ ਉਹਨਾਂ ਗੋਲੇ ਚਲਾਏ, ਤੇ ਪੱਟ ਤੇ ਆ ਕੇ ਗੋਲਾ ਵੱਜਿਆ ਤੇ ਪੱਟ ਵੱਢਿਆ ਗਿਆ। ਫਿਰ ਵੀ ਸਿੰਘਾਂ ਨੂੰ ਕਹਿੰਦੇ ਨਹੀਂ ਸਿੰਘੋ, ਬਾਣੀ ਪੜ੍ਹੋ,
ਆਪਾਂ ਭਰਾ ਮਾਰੂ ਜੰਗ ਨਹੀਂ ਕਰਨੀ। ਕਿੰਨਾ ਵੱਡਾ ਏਕੇ ਦਾ ਬਾਬਾ ਜੀ ਨੇ ਸਬੂਤ ਦਿੱਤਾ ਜੀ। ਭਰਾ ਮਾਰੂ ਜੰਗ ਨਹੀਂ ਕਰਨੀ, ਕੋਈ ਨਹੀਂ। ਫਿਰ ਬਾਬਾ ਜੀ ਨੂੰ ਅੱਜ ਦੇ ਦਿਨ ਉਹਨਾਂ ਨੇ ਗੋਲੇ ਚਲਾ ਚਲਾ ਸ਼ਹੀਦ ਕਰ ਦਿੱਤਾ ਜੀ। ਅੱਜ ਬਾਬਾ ਵੀਰ ਸਿੰਘ ਜੀ ਪੰਥ ਦੇ ਮਹਾਨ ਮਹਾਂਪੁਰਖ, 360 ਗੁਰਦੁਆਰੇ ਨੇ ਉਹਨਾਂ ਦੇ ਜੀ। ਕਈ 65 ਵੀ ਦੱਸਦੇ ਆ। ਹਰ ਗੁਰਦੁਆਰੇ ਦਾ ਨਾਮ ਦਮਦਮਾ ਸਾਹਿਬ ਹੈ। 360 ਲੰਗਰ ਲਾਉਂਦੇ ਸੀਗੇ ਬਹੁਤ ਜ਼ਿਆਦਾ। ਉਹਨਾਂ ਦਾ ਸੀਗਾ ਵੀ ਜੇ ਕੋਈ ਗਰੀਬ ਬੰਦਾ ਅੱਜ ਇੱਕ ਗੁਰਦੁਆਰਿਓਂ ਲੰਗਰ ਛਕੇ ਤੇ ਅਗਲੇ ਰਾਤ ਰਵੇ, ਫਿਰ ਅਗਲੇ ਦਿਨ ਦੂਜਿਓਂ ਛਕੇ, ਉਰ ਤੋਂ ਅਗਲੇ ਦਿਨ ਤੀਜਿਓਂ। ਸਾਲ ਬਾਅਦ ਇੱਕ ਗੁਰਦੁਆਰੇ ਦੀ ਵਾਰੀ ਆਏਗੀ, ਸਾਲ ਬਾਅਦ ਵਾਰੀ ਆਏਗੀ। ਇਹ ਕੰਮ ਕਿਤੇ ਐਵੇਂ ਹੋ ਜਾਂਦੇ ਆ? ਇਹ ਕੰਮ ਐਵੇਂ ਨਹੀਂ ਹੁੰਦੇ। ਇਹ ਕੰਮ ਕਮਾਈਆਂ ਦੇ ਨਾਲ ਹੁੰਦੇ ਆ। ਕੋਈ ਕਮਾਈ ਕਰੇ ਫਿਰ ਹੀ ਇਹ ਕੰਮ ਹੁੰਦੇ ਆ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਕਿਹਾ ਸੀ ਮਾਈ ਨੂੰ, ਮਾਈ ਤੂੰ ਕਹਿੰਦੀ ਹੈ ਬਾਲਕ ਪੈਦਾ ਹੋਵੇ, ਤੇਰੀ ਕੁੱਲ ਦਾ ਹੀ ਭਲਾ ਹੋਵੇ। ਨਹੀਂ, ਜਿਹੜਾ ਬਾਲਕ ਪੈਦਾ ਹੋਏਗਾ ਉਹਨੇ ਹਜ਼ਾਰਾਂ ਕੁੱਲਾਂ ਦਾ ਭਲਾ ਕਰਨਾ ਹੈ। ਤੇ ਹਜ਼ਾਰਾਂ ਦੀ ਫੌਜ ਨਾਲ ਰੱਖਦੇ ਸੀਗੇ ਤੇ ਸਾਰੇ ਹੀ ਭਜਨ ਬੰਦਗੀ ਸੇਵਾ ਸਿਮਰਨ ਵਾਲੇ ਜੀ। ਸਾਰੇ ਭਜਨ ਵਾਲੇ, ਬੰਦਗੀ ਵਾਲੇ, ਸੇਵਾ ਵਾਲੇ, ਸਿਮਰਨ ਵਾਲੇ। ਸੋ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਬਾਬਾ ਜੀ ਦੇ ਚਰਨਾਂ ਤੇ ਬਹੁਤ ਵਾਰ ਨਮਸਕਾਰ, ਬਹੁਤ ਵਾਰ ਨਮਸਕਾਰ, ਬਹੁਤ ਵਾਰ ਨਮਸਕਾਰ। ਐਸੇ ਗੁਰਸਿੱਖਾਂ ਦਾ ਜਿਨ੍ਹਾਂ ਦੇ ਜਨਮ ਹੀ ਮਹਾਰਾਜ ਦੇ ਬਚਨਾਂ ਨਾਲ ਹੋਏ। ਗੁਰੂ ਹਰਗੋਬਿੰਦ ਸਾਹਿਬ ਨੇ ਕਦੋਂ ਬਚਨ ਕੀਤਾ ਤੇ 10ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ 60 ਕੁ ਸਾਲ ਬਾਅਦ ਫਿਰ ਬਾਬੇ ਵੀਰ ਸਿੰਘ ਦਾ ਜਨਮ ਹੋਇਆ ਜੀ। ਸੋ ਬਚਨ ਤੇ ਮਹਾਰਾਜ ਪਹਿਲਾਂ ਹੀ ਕਰ ਜਾਂਦੇ ਆ, ਫਲੀ ਭੂਤ ਬਾਅਦ ਚ ਹੁੰਦੇ ਆ। ਇੱਕ ਹੋਰ ਗੱਲ, ਸੇਵਾ ਕਰੀ ਜਾਓ, ਕਰੀ ਜਾਓ, ਕਰੀ ਜਾਓ। ਔਖੇ ਹੋ ਕੇ ਵੀ ਕਰਨੀ ਪਵੇ ਤੇ ਕਰੀ ਜਾਓ। ਕਈ ਵਾਰੀ ਥੋੜ੍ਹਾ ਔਖੇ ਵੀ ਹੋਈਦਾ, ਨਹੀਂ ਇੰਨਾ ਸਮਾਂ ਨਹੀਂ ਨਿਕਲਦਾ, ਪਰੇਸ਼ਾਨੀ ਵੀ ਹੁੰਦੀ ਹੈ, ਬੇਆਰਾਮੀ ਵੀ ਹੁੰਦੀ ਹੈ। ਕਰੀ ਜਾਵੇ ਬੰਦਾ, ਸਮੇਂ ਨਾਲ ਰਿਜ਼ਲਟ ਪਤਾ ਲੱਗਦਾ। ਉਹ ਮਾਈ ਨੇ ਸੇਵਾ ਕੀਤੀ, ਮਹਾਰਾਜ ਦੀ ਬਹੁਤ ਕੀਤੀ ਸੇਵਾ। ਸਮੇਂ ਨਾਲ ਰਿਜ਼ਲਟ ਆਇਆ ਵੀ ਬਾਬਾ ਵੀਰ ਸਿੰਘ ਜੀ ਵਰਗੇ ਮਹਾਂਪੁਰਖ ਉਹਦੀ ਕੁੱਲ 'ਚ ਪੈਦਾ ਹੋਏ ਜੀ। ਜਿਹੜੀ ਤੁਸੀਂ ਸੇਵਾ ਕਰਦੇ ਹੋ ਨਾ, ਸੰਗਤ ਕਰਦੇ ਹੋ, ਇੱਕ ਬੀਜ ਪਾਤਾ ਤੁਹਾਂ, ਬੀਜ ਪਾਤਾ ਤੇ ਬੀਜ ਨੂੰ ਉਸੇ ਦਿਨ ਤਾਂ ਨਹੀਂ ਫਲ ਲੱਗ ਜਾਂਦਾ। ਬੀਜ ਪਾਇਆ ਉਸੇ ਦਿਨ ਫਲ ਲੱਗਾ, ਕਿਤੇ ਸਮਾਂ ਲੱਗਦਾ ਹੈ। ਆਖੋ ਵਾਹਿਗੁਰੂ। ਤੇ ਕਈ ਵਾਰੀ ਕੀ ਹੁੰਦਾ ਹੈ, ਜਿੰਨੇ ਧਰਤੀ 'ਚ ਬੀਜ ਪਾਇਆ ਹੁੰਦਾ ਹੈ ਉਹਨੂੰ ਫਲ ਖਾਣ ਦਾ ਮੌਕਾ ਨਹੀਂ ਮਿਲਦਾ, ਪਰ ਉਹਦਾ ਪਰਿਵਾਰ ਬਾਅਦ ਚੋਂ ਖਾਂਦਾ, ਉਹਦੀਆਂ ਕੁੱਲਾਂ ਖਾਂਦੀਆਂ ਨੇ ਫਲ ਜੀ। ਇਸ ਕਰਕੇ ਸੇਵਾ ਸਿਮਰਨ ਵੀ ਬੀਜ ਹੈ। ਤੁਸੀਂ ਇੱਕ ਵਾਰੀ ਵਾਹਿਗੁਰੂ ਕਿਹਾ, ਇਹ ਬੀਜ ਪੈ ਗਿਆ। ਸੇਵਾ ਕੀਤੀ, ਇਹ ਬੀਜ ਪੈ ਗਿਆ। ਤੇ ਫਿਰ ਰੌਲਾ ਨਾ ਪਾਓ, ਉਸ ਬੀਜ ਨੂੰ ਸਾਧ ਸੰਗਤ ਜੀ ਗੁਪਤ ਕਰ ਦਿਓ। ਰੌਲਾ ਨਾ ਪਾਓ, ਦੱਸੋ ਨਾ ਵੀ ਮੈਂ ਬੜੀ ਸੇਵਾ ਕਰਦਾ ਹਾਂ, ਮੈਂ ਬੜਾ ਸਿਮਰਨ ਕਰਦਾ ਹਾਂ। ਨਹੀਂ, ਇਹ ਜਿੰਨਾ ਗੁਪਤ ਰਹਿਣਗੇ ਉਨਾ ਫਲੀ ਭੂਤ ਹੋਣਗੇ। ਹਉਮੈ ਤੋਂ ਬੰਦਾ ਬਚਿਆ ਰਹਿੰਦਾ, ਜਿੰਨਾ ਗੁਪਤ ਰਵੇ ਓਨਾ ਹੀ ਫਲੀ ਭੂਤ ਹੁੰਦਾ ਹੈ। ਸੋ ਅੱਜ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਹੈ। 27 ਵਿਸਾਖ ਨੂੰ 360 ਗੁਰਦੁਆਰਿਆਂ 'ਚ ਮੇਲਾ ਲੱਗਦਾ ਜੀ। 360 ਗੁਰਦੁਆਰਿਆਂ 'ਚ ਮੇਲਾ ਲੱਗਦਾ। ਕੌਮ ਐਸੇ ਮਹਾਂਪੁਰਖਾਂ ਨੂੰ ਭੁੱਲ ਜਾਂਦੀ ਹੈ। ਇਹ ਤਾਂ 10 ਗੁਰੂ ਸਾਹਿਬਾਂ ਨੂੰ ਨਹੀਂ ਚੇਤੇ ਰੱਖਦੀ, ਤੇ ਬਾਅਦ 'ਚੋਂ ਸਿੱਖਾਂ ਨੂੰ ਕਿੱਥੇ ਚੇਤੇ ਰੱਖਣਾ। ਬੜੇ ਗੁਰਦੁਆਰੇ ਐਸੇ ਆ ਜਿੱਥੇ ਗੁਰਪੁਰਬ ਵਾਲੇ ਦਿਨ ਪਤਾ ਹੀ ਨਹੀਂ ਹੁੰਦਾ ਸੰਗਤਾਂ ਨੂੰ ਵੀ ਅੱਜ ਗੁਰਪੁਰਬ ਹੈ, ਵੀ ਅੱਜ ਗੁਰੂ ਅੰਗਦ ਦੇਵ ਜੀ ਦਾ ਗੁਰਪੁਰਬ ਹੈ, ਅੱਜ ਗੁਰੂ ਅਮਰਦਾਸ ਜੀ ਦਾ ਗੁਰਪੁਰਬ ਹੈ, ਜਾਂ ਅੱਜ ਗੁਰੂ ਹਰਿਰਾਏ ਸਾਹਿਬ ਦਾ ਜੋਤੀ ਜੋਤ ਦਿਨ ਹੈ। ਬਹੁਤ ਸਾਰੇ ਗੁਰਦੁਆਰਿਆਂ 'ਚ ਗ੍ਰੰਥੀਆਂ ਨੂੰ, ਪ੍ਰਬੰਧਕਾਂ ਨੂੰ ਹੀ ਨਹੀਂ ਪਤਾ ਹੁੰਦਾ ਜੀ। ਤੇ ਆਪਾਂ ਤਾਂ ਆਪਣੇ 10 ਗੁਰੂ ਸਾਹਿਬਾਂ ਦਾ ਇਤਿਹਾਸ ਹੀ ਨਹੀਂ ਚੰਗੀ ਤਰ੍ਹਾਂ ਕੀਤਾ, ਤੇ ਸਿੱਖਾਂ ਦਾ ਕਿੱਥੋਂ ਕਰਨਾ ਹੈ। ਖੈਰ ਰਹੋ ਵਿਚਾਰ। 10 ਮਿੰਟ ਆਪਾਂ ਲੜੀਵਾਰ ਕਥਾ ਕਰ ਲੈਂਦੇ ਹਾਂ, ਨਾਗਾ ਨਾ ਪਾਈਏ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਭਾਈ ਸਾਧੂ ਦੇ ਘਰ ਵਿੱਚ ਤੇ ਇੱਕ ਪੁੱਤ ਪੈਦਾ ਹੋਇਆ।
ਸਮੇਂ ਨਾਲ ਉਹਨੂੰ ਮਹਾਰਾਜ ਦੇ ਕੋਲ ਲੈ ਕੇ ਆਏ। ਮਹਾਰਾਜ ਛੇਵੇਂ ਪਾਤਸ਼ਾਹ ਅਕਾਲ ਤਖਤ ਸਾਹਿਬ ਬੈਠੇ। ਪੁੱਤ ਦਾ ਰੂਪ ਬੜਾ ਸੋਹਣਾ। ਮਹਾਰਾਜ ਕਹਿੰਦੇ ਇਹ ਤੇ ਰੂਪ ਚੰਦ ਹੈ, ਇੰਨਾ ਸੋਹਣਾ ਇਹਦਾ ਰੂਪ। ਤੇ ਨਾਲ ਹੀ ਫਿਰ ਸਤਿਗੁਰਾਂ ਨੇ ਕਿਹਾ ਵੀ ਲੋਕ ਇਹਨੂੰ ਰੂਪਾ ਕਿਹਾ ਕਰਨਗੇ, ਇਹਦਾ ਨਾਮ ਰੂਪਾ ਪ੍ਰਸਿੱਧ ਹੋਏਗਾ। ਤੇ ਭਾਈ ਰੂਪਾ ਫਿਰ ਸਹਿਜੇ ਸਹਿਜੇ ਵੱਡਾ ਹੋਇਆ। ਮਾਂ ਪਿਓ ਨੇ ਗੁਰੂ ਸਾਹਿਬ ਦੀਆਂ ਸਾਖੀਆਂ ਹੀ ਇੰਨੀਆਂ ਸੁਣਾਈਆਂ, ਭਾਈ ਰੂਪੇ ਦੇ ਅੰਦਰ ਗੁਰੂ ਸਾਹਿਬ ਦੇ ਪ੍ਰਥਾਏ, ਪਿਆਰ ਵਧਿਆ। ਇੱਕ ਤੇ ਮਾਂ ਪਿਓ ਨੇ ਮਿਹਨਤ ਕੀਤੀ, ਉਤੋਂ ਮਹਾਰਾਜ ਦੇ ਬਚਨਾਂ ਨਾਲ ਉਹਦਾ ਜਨਮ ਹੋਇਆ ਜੀ। ਇਹ ਵੀ ਤੇ ਗੱਲ ਹੈਗੀ ਨਾ, ਮਹਾਰਾਜ ਦੇ ਬਚਨਾਂ ਨਾਲ ਉਹਨਾਂ ਦਾ ਜਨਮ ਹੋਇਆ। ਤੁਸੀਂ ਬਾਬਾ ਸਾਹਿਬ ਸਿੰਘ ਜੀ ਦਾ ਜ਼ਿਕਰ ਸੁਣਿਆ ਹੁਣੇ, ਬਾਬਾ ਵੀਰ ਸਿੰਘ ਨੇ ਉਹਨਾਂ ਦੀ ਸੰਗਤ ਕੀਤੀ। ਉਹਨਾਂ ਦਾ ਜਿਹੜਾ ਜਨਮ ਹੈ ਉਹ 10ਵੇਂ ਪਾਤਸ਼ਾਹ ਦੇ ਬਚਨਾਂ ਨਾਲ ਹੋਇਆ ਜੀ। ਬਾਬਾ ਕਲਾਧਾਰੀ ਜੀ ਗੁਰੂ ਨਾਨਕ ਸਾਹਿਬ ਜੀ ਦੀ ਵੰਸ਼ਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲੇ। ਮਹਾਰਾਜ ਕਿਰਪਾ ਕਰੋ ਅੱਗੋਂ ਸੰਤਾਨ ਹੋਵੇ। ਕਹਿੰਦੇ ਮਹਾਰਾਜ ਕਹਿਣ ਲੱਗੇ ਵੀ ਫਿਰ ਠੀਕ ਹੈ, ਅੰਮ੍ਰਿਤ ਛਕ ਲਓ, ਸੰਤਾਨ ਪੈਦਾ ਹੋਏਗੀ। ਕਹਿੰਦੇ ਮਹਾਰਾਜ ਤੁਸੀਂ ਕਿਰਪਾ ਕਰੋ ਤਾਂ ਮੈਂ ਪੋਤਰੇ ਨੂੰ ਅੰਮ੍ਰਿਤ ਛਕਾਵਾਂਗਾ। ਉਹ ਫਿਰ ਬਾਬਾ ਸਾਹਿਬ ਸਿੰਘ ਜੀ ਆਏ ਜੀ। ਸੋ ਇਸ ਕਰਕੇ ਹੁਣ ਆਪਾਂ ਅੱਗੋਂ ਸੁਣੀਏ ਪਿਆਰ ਨਾਲ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਮਾਤ ਪਿਤਾ ਸਿੱਖ ਹੁਤੇ ਅਗਾਰੀ। ਮਾਤਾ ਪਿਤਾ ਤੇ ਪਹਿਲਾਂ ਹੀ ਭਾਈ ਰੂਪੇ ਦੇ ਬੜੇ ਵੱਡੇ ਸਿੱਖ ਸੀਗੇ ਜੀ। ਹਾਂਜੀ। ਪੁੱਤਰ ਭਇਓ ਪ੍ਰੇਮੀ ਤਬ ਭਾਰੀ। ਪੁੱਤ ਵੀ ਵੱਡਾ ਪ੍ਰੇਮੀ ਹੋਇਆ ਜੀ। ਫਿਰ ਵੀ ਪੁੱਤਰ ਦੇ ਮਨ ਵਿੱਚ ਵੀ ਬੜਾ ਹੀ ਪਿਆਰ ਛੇਵੇਂ ਪਾਤਸ਼ਾਹ ਦੇ ਪ੍ਰਥਾਏ। ਲਖ ਹੈ ਗੁਰੂ ਪਰਮੇਸ਼ਰ ਰੂਪ। ਆ ਸ਼ਰਧਾ ਬਿਰਲਿਆਂ ਦੀ ਵੱਜਦੀ ਹੈ। ਭਾਈ ਰੂਪਾ ਇਹੋ ਹੀ ਭਾਵਨਾ ਰੱਖਦਾ ਵੀ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਨੇ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਵਾਲੀ ਸ਼ਰਧਾ ਭਾਈ ਰੂਪੇ ਨੇ ਰੱਖੀ ਵੀ ਲਖੇ ਗੁਰੂ ਪਰਮੇਸ਼ਰ ਰੂਪ। ਮਹਾਰਾਜ ਛੇਵੇਂ ਪਾਤਸ਼ਾਹ ਤਾਂ ਖੁਦ ਖੁਦਾ ਨੇ, ਖੁਦ ਪਰਮੇਸ਼ਰ ਹਨ। ਸਦਾ ਅਰਾਧ ਹੈ ਹਿਰਦੇ ਅਨੂਪ। ਮਹਾਰਾਜ ਨੂੰ ਫਿਰ ਸਦਾ ਹੀ ਆਰਾਧਦੇ ਰਹਿੰਦੇ ਜੀ। ਮਹਾਰਾਜ ਦੀ ਸਦਾ ਆਰਾਧਨਾ ਕਰਦੇ ਰਹਿਣਾ। ਆਰਾਧਨਾ ਜ਼ਰੂਰੀ ਨਹੀਂ ਸਾਹਮਣੇ ਹੋਵੇ, ਪਿੱਠ ਪਿੱਛੇ ਵੀ ਆਰਾਧਨਾ ਹੋ ਜਾਂਦੀ ਹੈ ਜੀ। ਜਿੱਥੇ ਕਿੱਥੇ ਬਹਿਣਾ ਛੇਵੇਂ ਪਾਤਸ਼ਾਹ ਨੂੰ ਭਾਈ ਰੂਪੇ ਨੇ ਯਾਦ ਕਰਦੇ ਰਹਿਣਾ। ਗੁਰੂ ਡਰੌਲੀ ਮਹਿ ਚਲ ਆਏ। ਸੱਚੇ ਪਾਤਸ਼ਾਹ ਗਰੀਬ ਨਵਾਜ ਡਰੌਲੀ ਵਿੱਚ ਆਏ ਜੀ। ਫਿਰ ਹਾਂਜੀ। ਸੁਨ ਮਨ ਵਿਖੈ ਅਧਿਕ ਹੁਲਸਾਏ। ਤੇ ਰੂਪੇ ਦੇ ਮਨ 'ਚ ਚਾਅ ਵਧਿਆ ਭਾਈ ਰੂਪੇ ਦੇ ਵੀ ਮੈਂ ਵੀ ਮਹਾਰਾਜ ਦੇ ਦਰਸ਼ਨ ਕਰਾਂ। ਪਰ ਚੇਤਾ ਰੱਖਿਓ ਜਦੋਂ ਬੱਚਾ ਛੋਟਾ ਹੁੰਦਾ ਨਾ, ਉਹ ਆਪਣੇ ਮਾਂ ਪਿਓ ਦੇ ਅਧੀਨ ਹੁੰਦਾ ਹੈ ਜੀ। ਵੱਡਾ ਹੋਇਆ ਜਿੱਥੇ ਮਰਜ਼ੀ ਚਲੇ ਗਿਆ, ਤੇ ਜਦੋਂ ਛੋਟਾ ਹੋਵੇ ਫਿਰ ਤਾਂ ਮਾਂ ਪਿਓ ਦੇ ਅਧੀਨ ਹੀ ਰਹਿਣਾ ਪੈਂਦਾ ਜੀ। ਜਿੱਥੇ ਮਾਂ ਪਿਓ ਲੈ ਕੇ ਜਾਵੇ ਉੱਥੇ ਹੀ ਜਾਣਾ ਪੈਂਦਾ। ਪਰ ਭਾਈ ਰੂਪੇ ਦੇ ਮਨ 'ਚ ਇਹ ਫੁਰਨਾ ਚੱਲਦਾ ਰਹਿੰਦਾ ਵੀ ਮੈਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਾਂ। ਹਾਂਜੀ। ਦਰਸ਼ਨ ਦਿਵਸ ਵਿਸੋਏ ਕਰਿਓ। ਹਾਂਜੀ। ਨਿਤ ਪ੍ਰਤ ਪ੍ਰੇਮ ਹੋਤ ਉਰ ਹਰਿਓ। ਵਿਸਾਖੀ ਵਾਲੇ ਦਿਨ ਭਾਈ ਰੂਪੇ ਨੇ ਮਹਾਰਾਜ ਦੇ ਦਰਸ਼ਨ ਕੀਤੇ ਸੀਗੇ। ਤੇ ਫਿਰ ਐਸੇ ਦਰਸ਼ਨ ਕੀਤੇ ਵੀ ਗੁਰੂ ਜੀ ਦੇ ਦਰਸ਼ਨ ਹਿਰਦੇ 'ਚ ਵਸ ਗਏ ਜੀ। ਹਰ ਰੋਜ਼ ਬੈਠੇ ਰਹਿਣਾ, ਮਹਾਰਾਜ ਨੂੰ ਚੇਤੇ ਕਰਦੇ ਰਹਿਣਾ ਜੀ। ਹਾਂਜੀ। ਆਗਿਆ ਲੈ ਨਿਜ ਘਰ ਕੋ ਆਏ। ਗੁਰ ਜਸ ਕਹਿਤ ਸੁਨਤ ਸੁਖ ਪਾਏ। ਉਦੋਂ ਆਗਿਆ ਲੈ ਕੇ ਘਰ ਆ ਗਏ, ਤੇ ਘਰ ਆ ਕੇ ਵੀ ਗੁਰੂ ਜੀ ਦਾ ਜਸ ਹੀ ਕਰੀ ਜਾਂਦੇ ਆ।
ਸੁੱਖ ਮਿਲਦਾ ਜੀ। ਮਹਾਰਾਜ ਦੀ ਕਥਾ ਕਰਕੇ ਸੁਣ ਕੇ ਭਾਈ ਰੂਪੇ ਨੂੰ ਬੜਾ ਸੁੱਖ ਮਿਲਦਾ ਜੀ। ਹਾਂਜੀ, ਪਿਤਾ ਪੂਤ ਆਪਸ ਮੈਂ ਸਦਾ। ਵੇਖੋ ਪਿਓ ਪੁੱਤ ਵਿਰਲੇ ਹੀ ਇਹੋ ਜਿਹੇ ਹੋਣਗੇ ਨਾ ਜੀ। ਪਿਓ ਤੇ ਪੁੱਤ, ਭਾਈ ਸਾਧੂ ਤੇ ਭਾਈ ਰੂਪਾ। ਹਾਂਜੀ, ਗੁਰ ਕੀਰਤ ਭਾਖੈ ਜਦ ਕਦਾ। ਸਦਾ ਹੀ ਜਦੋਂ ਸਮਾਂ ਲੱਗਦਾ ਮਹਾਰਾਜ ਛੇਵੇਂ ਪਾਤਸ਼ਾਹ ਦੀਆਂ ਸਿਫਤਾਂ ਕਰਨ ਲੱਗ ਪਿਆ ਕਰਨ। ਮਹਾਰਾਜ ਇਹੋ ਜਿਹਾ ਹੈ, ਮਹਾਰਾਜ ਇਹੋ ਜਿਹਾ ਹੈ, ਮਹਾਰਾਜ ਇਹੋ ਜਿਹਾ ਹੈ। ਸੰਗਤ ਜੀ, ਮਹਾਰਾਜ ਦਾ ਸਰੀਰ ਹੀ ਇਹੋ ਜਿਹਾ ਸੀਗਾ। ਦੇਵ ਸਰੀਰ ਸੀ ਸੱਚੇ ਪਾਤਸ਼ਾਹ ਜੀ ਦਾ। ਜਿਹੜਾ ਇੱਕ ਵਾਰੀ ਦਰਸ਼ਨ ਕਰਦਾ ਸੀ ਨਾ, ਫਿਰ ਉਹਨੂੰ ਕੋਈ ਹੋਰ ਚੰਗਾ ਹੀ ਨਹੀਂ ਲੱਗਦਾ ਜੀ। ਦੇਵ ਸਰੀਰ ਸੱਚੇ ਪਾਤਸ਼ਾਹ ਜੀ ਦਾ। ਉਹ ਫਿਰ ਭਾਈ ਰੂਪੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਨਾ, ਕਦੀ ਸਾਧੂ ਨੇ ਕਰਨਾ। ਹਾਂਜੀ, ਜੇਠ ਮਾਸ ਆਇਓ ਜਿਸ ਕਾਲਾ। ਤੇ ਵਿਸਾਖ ਦੇ ਮਹੀਨੇ ਤੋਂ ਬਾਅਦ ਜੇਠ ਦਾ ਮਹੀਨਾ ਆ ਗਿਆ ਜੀ। ਹਾਂਜੀ, ਚੰਡ ਸੂਰ ਤੇ ਘਾਮ ਵਿਸਾਲਾ। ਪ੍ਰਚੰਡ ਸੂਰਜ ਚੜਿਆ, ਗਰਮੀ ਬੜੀ ਵੱਧ ਗਈ ਜੀ। ਜੇਠ ਦਾ ਮਹੀਨਾ ਹੁੰਦਾ ਹੀ ਤੱਤਾ ਜੀ। ਹਾਂਜੀ, ਚਾਹੋਂ ਦਿਸ਼ ਮੈਂ ਹੈ ਤਪਤ ਕਨੇਰੀ। ਚਾਰੇ ਪਾਸੇ ਗਰਮੀ 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 ਫੈਲ ਗਈ ਬਹੁਤ ਜ਼ਿਆਦਾ। ਲੋਵਾਂ ਚੱਲ ਹੈ ਬੇਗ ਤਿਸ ਬੇਰੀ। ਤੇ ਜਦੋਂ ਤੱਤੀ ਹਵਾ ਚੱਲੇ ਉਹਨੂੰ ਲੋ ਕਹਿੰਦੇ ਆ ਜੀ। ਹਾਂਜੀ, ਲੋਆਂ ਚੱਲਣ, ਤੱਤੀਆਂ ਤੱਤੀਆਂ, ਬੜਾ ਸੇਕ ਲੱਗੇ ਜੀ। ਹਾਂਜੀ, ਇੱਕ ਦਿਨ ਪਿਤਾ ਪੂਤ ਜੁਗ ਮਿਲੇ। ਪਿਓ ਪੁੱਤ ਇੱਕ ਦਿਨ ਦੋਵੇਂ ਰਲ ਕੇ ਬਾਢਣ ਕਾਠ ਬਹਿਰ ਕੋ ਚੱਲੇ। ਲੱਕੜਾਂ ਵੱਢਣ ਵਾਸਤੇ ਜੰਗਲ ਨੂੰ ਗਏ ਜੀ। ਕੰਮ ਸੀਗਾ, ਤਰਖਾਣ ਸੀਗੇ ਜੀ ਦੋਵੇਂ, ਤੇ ਇਹ ਕੰਮ ਸੀ ਉਹਨਾਂ ਦਾ ਜੀ। ਹਾਂਜੀ, ਹੁਤੇ ਦੂਰ ਸਾਧੂ ਤਬ ਕਹਿਓ। ਤਪਤ ਅਧਿਕ ਬਾਹਰ ਹੋਏ ਲਹਿਓ। ਤੇ ਦੂਰ ਜਾਣਾ ਸੀ ਤੇ ਭਾਈ ਸਾਧੂ ਨੇ ਕਿਹਾ ਵੀ ਪੁੱਤ ਬਾਹਰ ਗਰਮੀ ਬੜੀ ਹੈ। ਚੇਤਾ ਰੱਖਿਓ, ਗਰਮੀ ਹੋਵੇ ਸਰਦੀ ਹੋਵੇ, ਕੰਮ ਤੇ ਕਰਨਾ ਹੀ ਪੈਂਦਾ ਜੀ ਬੰਦੇ ਨੂੰ ਜੀ। ਕੰਮ ਕਰਨਾ ਹੀ ਪੈਣਾ ਜੀ, ਭਾਵੇਂ ਗਰਮੀ ਤੇ ਭਾਵੇਂ ਸਰਦੀ। ਤੇ ਗਰਮੀ ਸਰਦੀ ਦੀ ਪਰਵਾਹ ਕੀਤੇ ਬਗੈਰ ਅਸੀਂ ਸੰਸਾਰੀ ਕੰਮ ਕਰਦੇ ਹਾਂ। ਇਸੇ ਤਰ੍ਹਾਂ ਭਾਵੇਂ ਗਰਮੀ ਹੋਵੇ ਤੇ ਭਾਵੇਂ ਸਰਦੀ ਹੋਵੇ, ਰੱਬ ਦਾ ਨਾਮ ਵੀ ਐਵੇਂ ਹੀ ਜਪਣਾ ਚਾਹੀਦਾ ਜੀ। ਉਹ ਆਪਣਾ ਕੀ ਹੈ, ਠੰਡ 'ਚ ਥੋੜ੍ਹਾ ਲੇਟ ਉੱਠਦੇ ਹਾਂ ਜੀ, ਵੀ ਕੋਈ ਨਹੀਂ ਪਏ ਰਹਿੰਦੇ ਆ, ਪਰ ਬਾਕੀ ਕੰਮ ਵੀ ਤੇ ਕਰਦੇ ਆ ਨਾ ਜੀ। ਭਾਈ ਸਾਧੂ ਨੇ ਕਿਹਾ ਪੁੱਤ ਬਾਹਰ ਗਰਮੀ ਬੜੀ ਹੈ, ਪਰ ਬਾਹਰ ਜਾਣਾ ਤਾਂ ਹੈ ਹੀ ਹੈ, ਕੰਮ ਕਰਨਾ। ਹੇ ਸੁਤ ਜਲ ਕੂਨਾ ਭਰ ਲੀਜੈ। ਵਹਿਰ ਤ੍ਰਿਖਾਤੁਰ ਹੋਏ ਜਬ ਪੀਜੈ। ਪੁੱਤਰ ਜਲ ਦਾ ਕੂਨਾ ਭਰ ਲੈ। ਕਈ ਕੁੱਜਾ ਦੱਸਦੇ, ਕਈ ਮਸ਼ਕ ਦੱਸਦੇ ਆ ਜੀ, ਵੀ ਪਾਣੀ ਦੀ ਭਰ ਲੈ। ਹਾਂਜੀ, ਸੁਨ ਰੂਪੇ ਤਬ ਨੀਰ ਨਵੀਨ। ਆਛੀ ਰੀਤ ਪੂਰ ਕਰ ਲੀਨ। ਪੁੱਤ ਨੇ ਸਤ ਬਚਨ ਕੀਤਾ, ਭਾਈ ਰੂਪੇ ਨੇ ਉਸੇ ਵੇਲੇ ਹੀ ਪਾਣੀ ਭਰਿਆ। ਹਾਂਜੀ, ਕੰਧੇ ਧਰ ਕੁਠਾਰ ਕੋ ਚੱਲੇ। ਜਿਨ ਕੇ ਭਾਗ ਉਤਤ ਹੋਇ ਭਲੇ। ਗੱਜ ਕੇ ਆਖੋ। ਤੇ ਨਾਲੇ ਤੇ ਉਹ ਫੜ ਲਿਆ, ਵਾਹਿਗੁਰੂ ਨਾਲੇ ਤੇ ਕੁਹਾੜਾ ਰੱਖ ਲਿਆ ਮੋਢੇ ਤੇ ਨਾਲੇ ਪਾਣੀ ਫੜ ਲਿਆ ਜੀ ਇੱਕ ਪਾਸੇ ਜੀ। ਤੇ ਦੋਵੇਂ ਪਿਓ ਪੁੱਤ ਜਿਹੜੇ ਆ ਉਹ ਤੁਰ ਪਏ। ਗਏ ਦੂਰ ਜਲ ਨਿਕਟ ਉਠਾਏ। ਪਿਖੇ ਜਾਏ ਕਾਸ਼ਟ ਸਮੁਦਾਏ। ਦੂਰ ਚਲੇ ਗਏ ਜੀ, ਦੂਰ ਚਲੇ ਗਏ ਲੱਕੜਾਂ ਵੱਢਣ ਵਾਸਤੇ। ਤੇ ਵੇਖਿਆ ਜਿੱਥੇ ਖੂਬ ਲੱਕੜਾਂ ਵੱਢਣ ਨੂੰ ਮਿਲਣੀਆਂ ਸਨ, ਉੱਥੇ ਫਿਰ ਉਹ ਪਹੁੰਚ ਗਏ। ਲੱਕੜਾਂ ਵੱਢਣਗੇ, ਕੰਮ ਕਰਨਗੇ। ਕੱਲ੍ਹ ਨੂੰ ਕਥਾ ਸੁਣਾਂਗੇ ਆਪਾਂ ਜੀ। ਅੱਜ ਥੋੜ੍ਹਾ ਸਮਾਂ ਇਤਿਹਾਸ ਦੀ ਕਥਾ ਹੋਈ ਆ। ਬਾਬਾ ਵੀਰ ਸਿੰਘ ਜੀ ਦਾ ਬਹੁਤਾ ਜੀਵਨ ਆਪਾਂ ਸੁਣਿਆ। ਬੜੀ ਵੱਡੀ ਕਮਾਈ ਗੁਰਮੁਖਾਂ ਮਹਾਂਪੁਰਖਾਂ ਦੀ। ਭਾਈ ਰੂਪੇ ਦਾ ਤੇ ਜਨਮ ਹੀ ਮਹਾਰਾਜ ਦੇ ਬਚਨਾਂ ਨਾਲ ਹੋਇਆ ਜੀ। ਗੁਰੂ ਜੀ ਦੇ ਬਚਨਾਂ ਨਾਲ ਜਦੋਂ ਕਿਸੇ ਦਾ ਜਨਮ ਹੋਵੇ ਨਾ, ਫਿਰ ਮੈਂ ਇਹ ਵੀ ਕਹਿ ਸਕਦਾ ਵੀ ਸਪੈਸ਼ਲ ਕੋਟੇ 'ਚੋਂ ਮਹਾਰਾਜ ਇਹੋ ਜਿਹੀ ਰੂਹ ਭੇਜਦੇ ਆ। ਉਹ ਤਾਂ ਤੇ ਜਨਮ ਲੈਣ ਦੀ ਤੁਰੇ ਫਿਰਦੇ ਬਹੁਤ ਸਾਰੇ ਜੀ, ਬੜੀਆਂ ਰੂਹਾਂ ਤੁਰੀਆਂ ਫਿਰਦੀਆਂ। ਪਰ ਜਦੋਂ ਇਸ ਤਰ੍ਹਾਂ ਮਹਾਰਾਜ ਦੇ ਬਚਨ ਦੇ ਨਾਲ ਕਿਸੇ ਦਾ ਜਨਮ ਹੁੰਦਾ, ਫਿਰ ਉਹ ਕੋਈ ਖਾਸ ਹੀ ਰੂਹ ਆਉਂਦੀ ਹੈ ਜੀ, ਖਾਸ ਹੀ ਰੂਹ ਆਉਂਦੀ ਹੈ। ਫਿਰ ਉਹਦਾ ਤੇਜ ਤਪ ਬਹੁਤ ਹੁੰਦਾ। ਤੇ ਜੋ ਕਥਾ ਹੈ ਉਹ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ।
ਆਓ ਸਾਰੇ ਸਿਮਰਨ ਕਰਕੇ ਖਿਮਾ ਮੰਗੀਏ। ਗੱਜ ਕੇ ਆਖੋ ਜੀ ਵਾਹਿਗੁਰੂ ਵਾਹਿਗੁਰੂ। 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 ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ